ਸਤਿ ਸ਼੍ਰੀ ਅਕਾਲ ਨਾਜ਼ਰੀਨ। ਹਰਮੀਤ ਸ਼ਾਹ ਸਿੰਘ ਵੱਲੋਂ ਪੰਜਾਬ ਤੱਕ ਦੇ ਦਰਸ਼ਕਾਂ ਨੂੰ ਨਿੱਘਾ ਜੀ ਆਇਆਂ ਨੂੰ। ਅੱਜ ਸਮੁੱਚੇ ਸਿੱਖ ਜਗਤ ਦੀ ਨਿਗਾਹ ਦਿੱਲੀ ਤੇ ਔਰ ਉਸਦੇ ਦੋ ਮੁੱਖ ਕਾਰਨ ਨੇ। ਇੱਕ ਤੇ ਬਾਰਡਰਾਂ ਤੇ ਚੱਲਦਾ ਆ ਰਿਹਾ ਕਿਸਾਨੀ ਅੰਦੋਲਨ ਔਰ ਦੂਸਰਾ ਆਉਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਪ੍ਰਬੰਧ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੀ ਪਾਰਟੀ ਦੇ ਹੱਥ ਹੈ। ਇਹ ਜੋ ਚੋਣਾਂ ਆ ਰਹੀਆਂ ਨੇ, ਇਹ ਉਹਨਾਂ ਦਾ ਪਹਿਲਾ ਲਿਟਮਸ ਟੈਸਟ ਹੋਏਗਾ ਕਿਸੇ ਧਾਰਮਿਕ ਖੇਤਰ ਵਿੱਚ ਇਸ ਕਿਸਾਨੀ ਅੰਦੋਲਨ ਦੌਰਾਨ। ਆਓ ਵੇਖੀਏ ਸਾਡੀ ਖਾਸ ਖਬਰ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਾਰਟੀ ਤੇ ਉਹਨਾਂ ਦੇ ਧੁਰ ਵਿਰੋਧੀ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਹੋਰ ਕਿਹੜੇ ਮੁੱਖ ਵਿਸ਼ਿਆਂ ਦੇ ਉੱਤੇ ਇਹ ਇਲੈਕਸ਼ਨਸ ਲੜ ਰਹੇ ਨੇ। ਕੇਵਲ 2 ਸਾਲ ਕੰਮ ਬੇਮਿਸਾਲ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੂੰ ਮਦਦ ਦੇ ਕੇ ਦਿੱਲੀ ਪਹੁੰਚਾਉਣ ਵਾਲੇ 24 ਘੰਟੇ ਲੰਗਰ, ਡਾਕਟਰ ਅਤੇ ਦਵਾਈਆਂ ਉਪਲਬਧ ਕਰਾਉਣ ਵਾਲੇ ਜਿਹੜਾ ਦਰ ਦੁਨੀਆ ਭਰ ਦੇ ਇਨਸਾਨੀਅਤ ਨੂੰ ਉਹਦੀ ਝੋਲੀ ਭਰਨ ਵਾਲਾ ਸੀ, ਉਤੋਂ ਘਿਓ, ਆਟਾ, ਦਾਲ, ਚੀਨੀ ਤੇ ਪੈਸੇ ਮੰਗਣੇ ਸ਼ੁਰੂ ਕੀਤੇ ਹੋਏ ਤੇ ਬਸ ਨਹੀਂ ਹੋ ਰਹੀ। ਅਸੀਂ ਜਿਹੜੇ ਕੰਮ ਕੀਤੇ ਨੇ ਉਹ ਕੰਮ ਕੀਤੇ ਨੇ ਧਰਮ ਪ੍ਰਚਾਰ ਦੇ, ਉਹ ਕੰਮ ਕੀਤੇ ਨੇ ਐਜੂਕੇਸ਼ਨ ਦੇ, ਉਹ ਕੰਮ ਕੀਤੇ ਨੇ ਆਪਣੇ ਇਤਿਹਾਸ ਨੂੰ ਬੱਚਿਆਂ ਤੱਕ ਲਿਆਉਣ ਲਈ, ਆਪਣੀ ਪੀੜ੍ਹੀ ਤੱਕ ਲਿਆਉਣ ਲਈ, ਉਹ ਕੰਮ ਕੀਤੇ ਨੇ 1984 ਦੇ ਸੱਜਣ ਕੁਮਾਰ ਅਰਨੀਆਂ ਨੂੰ ਅੰਦਰ ਕਰਨ ਦੇ। ਇੱਕ ਪੰਥਕ ਮੁਕਾਬਲਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦੀ ਕੈਂਪੇਨ ਹੁਣ ਸਿਖਰ ਤੇ। ਇਸ ਦੇ ਨਾਲ ਦਿੱਲੀ ਦੇ ਸਿੱਖਾਂ ਦਾ ਸਿਰ ਉੱਚਾ ਹੋਣਾ ਹੈ। ਇੱਕ ਮਲਟੀ ਕਾਰਨਰ ਇਲੈਕਸ਼ਨ ਕਮੇਟੀ ਦੀ 46 ਸੀਟਾਂ ਲਈ। ਸਿੱਖ ਵੋਟਰ ਜਿਨ੍ਹਾਂ ਨੂੰ ਅਦਬ ਨਾਲ ਸੰਗਤ ਆਖਿਆ ਜਾਂਦਾ ਹੈ, ਉਹਨਾਂ ਦੀ ਗਿਣਤੀ ਤਕਰੀਬਨ 3.5 ਲੱਖ। ਨਾਜਾਇਜ਼ ਬੰਦ ਕੀਤੇ ਕਿਸਾਨਾਂ ਨੂੰ ਜੇਲ੍ਹਾਂ ਚੋਂ ਰਿਹਾ ਕਰਾਉਣ ਵਾਲੇ, ਸਿੱਖਾਂ ਦੇ ਹੌਸਲੇ ਬੁਲੰਦ ਕਰਾਉਣ ਵਾਲੇ ਨੌਜਵਾਨਾਂ ਦੀ ਟੀਮ ਦਾ ਸਾਥ ਦਿਵੋ। ਬਾਲਟੀ ਤੇ ਮੋਹਰ ਲਗਾਓ, ਨੌਜਵਾਨਾਂ ਨੂੰ ਮੁੜ ਸੇਵਾ ਲਾਓ। ਇੱਕ ਪਾਸੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਲੈਫਟੀਨੈਂਟ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਸੰਗਤਾਂ ਨੂੰ ਮੁੜ ਸੇਵਾ ਦਾ ਮੌਕਾ ਦੇਣ ਦੀ ਅਪੀਲ ਕਰਦੇ ਹੋਏ ਕੋਰੋਨਾ ਮਹਾਮਾਰੀ ਸਮੇਂ ਘਰ ਘਰ ਲੰਗਰ ਪਹੁੰਚਾਉਣ ਵਾਲੇ, ਮੁਫਤ ਐਂਬੂਲੈਂਸ ਸੇਵਾ ਦਾ ਪ੍ਰਬੰਧ ਕਰਾਉਣ ਵਾਲੇ। ਅਸੀਂ ਉਹ ਸਿੱਖਿਆਵਾਂ, ਉਹ ਵਿਦਿਆਵਾਂ ਦੇਵਾਂਗੇ ਜਿਸ ਦੇ ਨਾਲ ਤੁਹਾਡੇ ਬੱਚੇ ਕੈਨੇਡਾ ਵਿੱਚ ਔਰ ਇਟਲੀ ਜਾ ਕੇ ਫਸ ਸਕਣ। ਤੇ ਦੂਸਰੇ ਪਾਸੇ ਨੇ ਬਾਦਲਾਂ ਦੇ ਧੁਰ ਵਿਰੋਧੀ ਸਰਦਾਰ ਪਰਮਜੀਤ ਸਿੰਘ ਸਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 25 ਅਪ੍ਰੈਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣਾਵ ਆ ਰਹੇ। ਤੀਜੇ ਪਾਸੇ ਨੇ ਸਰਦਾਰ ਮਨਜੀਤ ਸਿੰਘ ਜੀਕੇ, ਜਿਹੜੇ ਬਾਦਲਾਂ ਤੋਂ ਅੱਡ ਹੋ ਕੇ ਆਪਣੀ ਵੱਖਰੀ ਪਾਰਟੀ ਬਣਾ ਚੁੱਕੇ ਹਨ। ਔਰ ਆਉਣ ਵਾਲੇ ਭਵਿੱਖ ਦੇ ਵਿੱਚ ਐਜੂਕੇਸ਼ਨ, ਧਰਮ ਪ੍ਰਚਾਰ, ਇਤਿਹਾਸ ਔਰ ਜਿਹੜੇ ਸਾਡੇ ਮਸਲੇ ਫਸੇ ਨੇ ਸਰਕਾਰਾਂ ਕੋਲ, ਇਹਨਾਂ ਨੂੰ ਪੂਰਾ ਕਰਾਂਗੇ। ਇਹਨਾਂ ਦੇ ਇਲਾਵਾ ਹੋਰ ਵੀ ਕੁਝ ਦਲ ਹਨ ਤੇ ਕਈ ਨਿਰਦਲੀय ਉਮੀਦਵਾਰ ਵੀ। ਦਿੱਲੀ ਗੁਰਦੁਆਰਾ ਕਮੇਟੀ, ਜੋ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਕਈ ਸਿੱਖ ਐਜੂਕੇਸ਼ਨਲ ਅਦਾਰਿਆਂ ਦੇ ਪ੍ਰਬੰਧ ਦੀ ਜ਼ਿੰਮੇਦਾਰ ਹੈ, ਇੱਕ ਵੱਡਾ ਪਾਵਰ ਸੈਂਟਰ ਹੈ ਧਾਰਮਿਕ ਖੇਤਰ ਵਿੱਚ। ਪਾਰਟੀਆਂ, ਕੈਂਡੀਡੇਟ ਆਪੋ ਆਪਣੇ ਵਾਅਦੇ ਤੇ ਦਾਅਵੇ ਲੈ ਕੇ ਸੰਗਤਾਂ ਨਾਲ ਸਨਮੁਖ ਹੋ ਰਹੇ ਨੇ। ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੂੰ ਮਦਦ ਦੇ ਕੇ ਦਿੱਲੀ ਪਹੁੰਚਾਉਣ ਵਾਲੇ 24 ਘੰਟੇ ਲੰਗਰ। ਸਰਦਾਰ ਸਿਰਸਾ ਦੇ ਕੈਂਪੇਨ ਵੀਡੀਓ ਵਿੱਚ ਕੋਰੋਨਾ ਮਹਾਮਾਰੀ ਤੇ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਸੇਵਾ ਅਤੇ ਕੈਦ ਹੋਏ ਅੰਦੋਲਨਕਾਰੀਆਂ ਦੀ ਪੈਰਵੀ ਦਾ ਜ਼ਿਕਰ ਪ੍ਰਮੁੱਖ ਰੂਪ ਵਿੱਚ ਵਿਖਦਾ ਹੈ। ਕਿਸਾਨਾਂ ਨੂੰ ਜੇਲ੍ਹਾਂ ਚੋਂ ਰਿਹਾ ਕਰਾਉਣ ਵਾਲੇ, ਸਿੱਖਾਂ ਦੇ ਹੌਸਲੇ ਬੁਲੰਦ ਕਰਾਉਣ ਵਾਲੇ। ਬਾਦਲ ਵਿਰੋਧੀ ਤੇ ਸਾਬਕਾ ਪ੍ਰਧਾਨ ਸਰਦਾਰ ਸਰਨਾ ਦਾ ਫੋਕਸ ਗੁਰਦੁਆਰਾ ਨਿਜ਼ਾਮ ਤੇ ਸਿੱਖ ਵਿਦਿਅਕ ਅਦਾਰਿਆਂ ਤੇ ਕੇਂਦਰਿਤ ਜਾਪਦਾ ਹੈ। ਮੈਂ ਅੱਜ ਦਿੱਲੀ ਦੀ ਸਮੁੱਚੀ ਸਾਧ ਸੰਗਤ ਨੂੰ ਇਹ ਯਕੀਨ ਦਿਵਾਉਂਦਾ ਹਾਂ ਕਿ ਪਿਛਲੇ 8 ਸਾਲਾਂ ਦੇ ਵਿੱਚ ਜਿਹੜੀ ਬਾਦਲ ਨੇ ਰਣਨੀਤੀ ਸਾਡੇ ਕੋਲ ਧਾਮਾਂ ਤੇ ਕੀਤੀ ਹੈ ਔਰ ਜਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਤੁਹਾਡੇ ਸਾਹਮਣੇ ਹੈ, ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੱਲ ਰਹੇ ਅਧੀਨ ਗੁਰਦੁਆਰਿਆਂ, ਸਕੂਲਾਂ ਦਾ ਪ੍ਰਬੰਧ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਂ ਤੇ ਚੱਲ ਰਹੇ ਸਕੂਲਾਂ ਨੂੰ ਇਤਨੀ ਉੱਚੀ ਲੈ ਕੇ ਜਾਵਾਂਗੇ ਕਿ ਹਰ ਸਿੱਖ ਬੱਚਾ ਆਪਣੇ ਆਪ ਨੂੰ ਕਹੇ ਕਿ ਮੈਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾਖਲ ਹੋਣਾ ਹੈ। ਔਰ ਅਸੀਂ ਯਕੀਨ ਦਿਵਾਉਂਦੇ ਹਾਂ ਬੈਸਟ ਐਜੂਕੇਸ਼ਨ ਔਰ ਬੈਸਟ ਫੈਸਿਲਿਟੀਜ਼ ਆਪਣੇ ਇਹਨਾਂ ਸਕੂਲਾਂ 'ਚ ਅਸੀਂ ਤੁਹਾਨੂੰ ਦੇਵਾਂਗੇ। ਹੁਣ ਵੇਖਣਾ ਇਹ ਵੇ ਕਿ ਮੁੱਖ ਧਾਰਾ ਦੀਆਂ ਪਾਰਟੀਆਂ ਵਿੱਚੋਂ
ਕੌਣ ਸੰਗਤ ਦੀ ਕਸਵੱਟੀ ਤੇ ਆਉਣ ਵਾਲੀ 25 ਅਪ੍ਰੈਲ ਦੀ ਮਿਤੀ ਚੋਣਾਂ ਵਿੱਚ ਖਰਾ ਉਤਰਦਾ ਹੈ। ਬਿਊਰੋ ਰਿਪੋਰਟ ਪੰਜਾਬ ਤੱਕ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਸੰਦਰਭ ਦੇ ਵਿੱਚ ਅਸੀਂ ਗੱਲ ਕੀਤੀ ਇੱਕ ਖਾਸ ਸ਼ਖਸੀਅਤ ਨਾਲ, ਇੱਕ ਸਬਜੈਕਟ ਮੈਟਰ ਐਕਸਪਰਟ ਨਾਲ। ਸਾਂਝੀ ਕਰਦੇ ਹਾਂ ਤੁਹਾਡੇ ਨਾਲ ਇਹ ਖਾਸ ਵਾਰਤਾਲਾਪ। ਅੱਜ ਸਾਡੇ ਨਾਲ ਜੁੜੇ ਨੇ ਕੌਮ ਦੀ ਮੰਨੀ ਪਰਮੰਨੀ ਸ਼ਖਸੀਅਤ, ਫਾਰਮਰ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, बड़े ਵੱਡੇ ਵਿਚਾਰਕ ਨੇ, ओरिजिनल थिंकर ने, डॉक्टर SP ਸਿੰਘ ਜੀ। डॉक्टर SP ਸਿੰਘ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਪੰਜਾਬ ਤੱਕ ਤੇ। ਸ਼ੁਕਰੀਆ ਜੀ। डॉक्टर SP ਸਿੰਘ ਜੀ, ਮੈਂ ਇੰਡੀਆ ਟੁਡੇ ਦੇ ਜਿਹੜੇ ਟੌਪ ਕਾਲਜਿਸ ਆਉਂਦੇ ਨੇ ਉਹਨਾਂ ਦੀ ਲਿਸਟ ਵੇਖ ਰਿਹਾ ਸੀ 2020 ਦੀ। ਪਹਿਲਾਂ ਆਪਾਂ ਆਰਟਸ ਦੇ ਕਾਲਜਿਸ ਦੀ ਗੱਲ ਕਰੀਏ। ਪਹਿਲਾ ਨੰਬਰ ਹਿੰਦੂ, ਦੂਜਾ ਨੰਬਰ ਸੇਂਟ ਸਟੀਫਨਸ, ਤੀਸਰਾ ਮਿਰਾਂਡਾ, ਲੇਡੀ ਸ਼੍ਰੀ ਰਾਮ, ਮद्रास क्रिश्चियन ਕਾਲਜ ਚੇन्नई ਦਾ, हंसराज कॉलेज, लोयोला कॉलेज, फिर मद्रास का डिपार्टमेंट ऑफ ह्यूमैनिटीज बेंगलुरु का, गार्की कॉलेज, रामजस कॉलेज। यह गल हैगी है आर्ट्स कॉलेजेस की। फिर आप कॉमर्स के कॉलेजेस देखिए, SRCC, लेडी श्री राम कॉलेज, हंसराज कॉलेज, लोयोला कॉलेज चेन्नई का, मद्रास क्रिश्चियन कॉलेज फिर आ जाता है, डिपार्टमेंट ऑफ कॉमर्स क्राइस्ट बेंगलोर का, रामजस कॉलेज दिल्ली का, SPKM नारसी मुंजे कॉलेज बॉम्बे का, SPKM का मिट्टी बाई कॉलेज आ जाता है बॉम्बे का। ये सारे कॉलेजेस ने इधर किसी खालसा कॉलेज दिल्ली का नाम नहीं विकता जितों मैं पढ़ के निकलिया जी। कारण की है? देखो, पहली गल तो यह है कि ये कोई शक नहीं कि गुरु तेग बहादुर कॉलेज जो दिल्ली का जोड़ा है वो टॉप 10 च जो नहीं आ रहा, तो वो कई कारण है। शायद वो एक कारण ये भी है कि जिस वे असी फैकल्टी की रिक्रूटमेंट करने तो स्टूडेंट्स जोड़े है एडमिशन करने साड़ी कोशिश होंगी है कि 70% 80% सिख स्टूडेंट जोड़े ने वो रखे जाए। वो जो सिख स्टूडेंट असी रखने की गल करने तो उस वे मैरिट जी है वो कट जी है जरूर होंगी है। जिस मिशन के नाल ये कॉलेज शुरू किए गए हैं गुरु तेग बहादुर कॉलेज, वो सिख बच्चों नूं उचेरी सिक्ख्या दे विच एडमिशन लई सुखैनापन जिहड़ा वो पैदा करदा हुंदा है, और उस सुखालेपन दे विच कोई ना कोई जिहड़ा है वो मैरिट दे विच जिहड़ा है वो नुकसान पहुंचदा है। दूजा ये भी गल नाल है कि फिर इस दे नाल ही जदों असीं रिक्रूटमेंट करने तो उस रिक्रूटमेंट दे विच भी भावें UGC नॉर्म होण, दिल्ली यूनिवर्सिटी दे नॉर्म्स होण, उस दे विच भी जिहड़ी प्रेफरेंस है भावें वो अनडिक्लेयर्ड प्रेफरेंस है, ਉਹਦੇ ਵਿੱਚ फिर सिख ਜਿਹੜਾ ਹੈ ਉਹ ਉਹਨੂੰ ਰੱਖਣ ਦੀ ਜਿਹੜੀ ਹੈ ਪ੍ਰੈਫਰੈਂਸ ਹੁੰਦੀ ਹੈ। ਸ਼ਾਇਦ ਉਸ ਕਰਕੇ ਥੋੜਾ ਜਿਹਾ ਜਿਹੜਾ ਹੈ ਇਸ ਮੈਰਿਟ ਦਾ ਜਿਹੜਾ ਹੈ ਉਹ ਨੁਕਸਾਨ ਪਹੁੰਚਦਾ ਹੋਵੇ। ਲੇਕਿਨ ਦਿੱਲੀ ਦੇ ਕਾਲਜਾਂ ਵਿੱਚ ਐਡਮਿਸ਼ਨ ਦੇ ਕ੍ਰਾਈਟੇਰੀਆ ਦੇ ਵਿੱਚ ਇਹ ਦੋਏ ਕਾਲਜ ਜਿਹੜੇ ਨੇ, ਇੱਕ ਕਾਮਰਸ ਕਾਲਜ ਜਿਹੜਾ ਔਰ ਦੂਜਾ ਜਿਹੜਾ ਗੁਰੂ ਤੇਗ ਬਹਾਦਰ ਕਾਲਜ ਹੈ, ਇਹ ਦੋਨਾਂ ਦਾ ਦਿੱਲੀ ਦੇ ਵਿੱਚ ਆਪਣੇ ਆਪ 'ਚ ਇੱਕ ਸਨਮਾਨ ਹੈ। ਉਹ ਕਦੀ प्रबंधकी सिस्टम के नाल वध जाता है, कभी घट जाता है, लेकिन वो उन्होंने कॉलेजों च जरूर है जिहदे विच विद्यार्थी जिहड़े ने एडमिशन लैण वास्ते जिहड़े ने वो अपनी काफ़ी ज़्यादा जिहड़ी है वो इच्छा रखते हैं। नहीं देखो, गल इस तरह डाइकोटमी होगी ना, एक पासे माइनॉरिटी इंस्टीट्यूशन होवे, हाँ जी, माइनॉरिटी इंस्टीट्यूशन माइनॉरिटी ਨੂੰ ऑफ कोर्स प्रेफरेंस देगा ही। सिमिलरली ਅਸੀਂ ਗੱਲ ਅਗਰ ਕ੍ਰਿਸਚੀਅਨ ਇੰਸਟੀਟਿਊਸ਼ਨਸ ਦੀ ਕਰਦੇ ਹਾਂ, ਉੱਥੇ ਵੀ ਮਾਈਨॉरिटी ਇੰਸਟੀਟਿਊਸ਼ਨ ਹੈ, लेकिन उन्होंने टॉप पे ਚੱਲਦੇ ਪਏ ਸਕੂਲਾਂ ਦੀ ਗੱਲ ਕਰੀਏ, ਕ੍ਰਿਸਚੀਅਨ ਪਬਲਿਕ ਸਕੂਲ ਦੀ मैं ਅਸੀਂ ਗੱਲ ਇਸ ਵੇਲੇ ਕਾਲਜ ਮੈਂ ਕਾਲਜ ਦੀ ਵੀ ਗੱਲ ਕਰ ਰਿਹਾ। ਕਾਲਜਸ ਵਿੱਚ ਇਹ ਪੂਰੇ ਮੈਂ ਹੀ ਕਹਿ ਰਿਹਾ ਕਿ ਸਾਡੇ ਇੱਥੇ ਰਿਸੋਰਸਿਸ ਹੋਣ। ਹੁਣ ਇੱਥੇ ਵੀ ਦਿੱਲੀ ਦੇ ਕਾਲਜਸ ਨੇ ਜਿਹੜੇ ਮੋਸਟ ਆਫ them ਆਰ ਕਾਲਜਸ ਆਫ ਦਿੱਲੀ, ਜਿਹੜੇ ਇੰਡੀਆ ਵਾਈਡ ਜਿਨ੍ਹਾਂ ਦੀ ਇਤਨੀ ਵੱਡੀ ਰੈਪੂਟੇਸ਼ਨ ਹੈਗੀ ਹੈ ਇੰਡੀਆ ਵਾਈਡ ਨੈਸ਼ਨਲੀ, ਤੇ ਜਿਹੜੇ ਸਾਡੇ ਕਾਲਜਸ ਨੇ ਡਿਸਪਾਈਟ ਆਲ ਰਿਸੋਰਸਿਸ ਦੈਟ ਵੀ ਕਲੇਮ ਵੀ ਹੈਵ, ਤੇ ਅਸੀਂ ਕਈ ਵਾਰੀ ਦਮਗੱਜੇ ਵੀ ਮਾਰ ਦਿੰਦੇ ਆ ਗਿਆ। ਤੇ ਕਾਰਨ ਮੈਨੂੰ ਸਪਸ਼ਟ ਨਹੀਂ ਸਮਝ ਆ ਰਿਹਾ ਤੇ ਕਿ ਅਸੀਂ ਅਗਰ ਮਾਈਨॉरिटी ਨੂੰ ਪ੍ਰੈਫਰੈਂਸ ਕਰਦੇ ਆ ਉਹ ਸਾਨੂੰ ਪੁੱਠਾ ਪੈ ਰਿਹਾ ਹੈ, ਅਗਰ ਅਸੀਂ ਮਾਈਨॉरिटी ਨੂੰ ਐਮਪਲੋਇਮੈਂਟ ਦੇ ਰਹੇ ਆ ਉਹ ਸਾਨੂੰ ਪੁੱਠੀ ਪੈ ਰਹੀ ਹੈ, ਜਾਂ ਕਿਧਰੇ ਨਾ ਕਿਧਰੇ ਜਿਹੜੀ ਇੰਸਟੀਟਿਊਸ਼ਨਲ ਲੈਵਲ ਤੇ ਜਿਹੜੀ ਮੈਨੇਜਮੈਂਟ ਹੁੰਦੀ ਹੈਗੀ ਕਿ ਕਾਲਜਸ ਨੂੰ ਕਿਸ ਤਰ੍ਹਾਂ ਇਨਸੂਲੇਟ ਰੱਖਣਾ ਹੈਗਾ, ਐਕੈਡੈਮਿਕ ਇੰਸਟੀਟਿਊਸ਼ਨਸ ਨੂੰ ਕਿਸ ਤਰ੍ਹਾਂ ਇਨਸੂਲੇਟ ਰੱਖਣਾ ਹੈਗਾ ਇੰਟਰਫੇਰੈਂਸ ਤੋਂ, ਨਾਜਾਇਜ਼ ਇੰਟਰਫੇਰੈਂਸ ਤੋਂ, ਉਹ ਕਾਰਨ ਬਣ ਰਿਹਾ। ਦੇਖੋ, ਤੁਸੀਂ ਇਹ ਗੱਲ ਬੇਸ਼ੱਕ ਮੰਨ ਕੇ ਚੱਲੋ ਕਿ ਮਾਈਨॉरिटी ਦਾ ਜਿਹੜਾ ਹੈ ਅਸੀਂ ਪ੍ਰੈਫਰੈਂਸ ਜਿਹੜੀ ਰੱਖਣੇ ਆ, ਉਹਨਾਂ ਨਾਲ ਮਾਈਨॉरिटी ਕਾਲਜਸ ਨੂੰ ਜਿਹੜਾ ਹੈ ਉਹ ਨੁਕਸਾਨ ਪਹੁੰਚਦਾ। ਲੇਕਿਨ ਜਿਹੜੀ ਗੱਲ ਤੁਸੀਂ ਦੂਜੀ ਕਹੀ ਹੈ ਕਿ ਪ੍ਰਬੰਧਕੀ ਜਿਹੜਾ ਉਹ ਘਾਟ ਹੈ, ਕਿਉਂਕਿ ਇੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਜਿਹੜੀ ਹੈ ਉਹ ਚਲਾਉਣ ਵਾਲੀ ਹੈ, ਉਹ ਰੈਗੂਲੇਟ ਕਰਨ ਵਾਲੀ ਹੈ, ਔਰ ਉਸ ਪ੍ਰਬੰਧ ਜਿਹੜੇ ਨੇ ਉਹ ਬਦਲਦੇ ਵੀ ਰਹਿੰਦੇ ਨੇ। ਜਿਹੜਾ ਇੱਥੋਂ ਦੀਆਂ ਇਲੈਕਸ਼ਨ ਸਿਸਟਮ ਜਾਂ ਸਾਰਾ ਜਿਹੜਾ ਉਹ ਚੱਲਦਾ ਹੈ, ਉਸ ਕਰਕੇ ਕਦੀ ਕਿਸੇ ਪ੍ਰਬੰਧਕੀ ਸਿਸਟਮ ਦੇ ਵਿੱਚ ਜੇ ਐਜੂਕੇਸ਼ਨਿਸਟ ਅੱਗੇ ਆ ਜਾਏ ਤੇ ਸ਼ਾਇਦ ਉਹ ਜਿਹੜਾ ਹੈ ਉਹਦੇ 'ਚ ਇੰਪਰੂਵਮੈਂਟ ਹੋ ਜਾਂਦੀ ਹੈ,
ਤੇ ਜੇਕਰ ਇਲੈਕਟਡ ਮੈਂਬਰ ਸਿਰਫ ਚੌਧਰ ਲੈਣ ਲਈ ਜਦੋਂ ਆ ਜਾਂਦੇ ਨੇ, ਉਸ ਵੇਲੇ ਜਿਹੜਾ ਉਹ ਐਜੂਕੇਸ਼ਨਿਸਟ ਵੀ ਨਹੀਂ ਹੁੰਦੇ ਜਾਂ ਐਜੂਕੇਸ਼ਨ ਦਾ ਉਹਨਾਂ ਦਾ ਨੇੜੇ ਦਾ ਸੰਬੰਧ ਵੀ ਨਹੀਂ ਹੁੰਦਾ, ਉਸ ਵੇਲੇ ਕੁਝ ਨੁਕਸਾਨ ਜਿਹੜਾ ਪਹੁੰਚਦਾ ਹੈ। ਉਹ ਅਪਸ ਐਂਡ ਡਾਊਨ ਚੱਲਦੇ ਰਹਿੰਦੇ ਨੇ। ਲੇਕਿਨ ਨਾਲ ਹੀ ਜਿਹੜਾ ਮੇਨ ਪਰਪਸ ਜਿਹੜਾ ਇਹ ਹੈ ਕਿ ਕੀ ਇਹ ਇੱਕ ਚੰਗੀ ਸਿੱਖਿਆ ਆਪਣੇ ਮਿਨੋਰਟੀ ਦੀ ਜਿਹੜੀ ਕਮਿਊਨਿਟੀ ਦੀ ਸੇਵਾ ਕਰਨ ਦੇ ਵੀ ਸਮਰੱਥ ਹੋਈ ਹੈ ਕਿ ਨਹੀਂ। ਇਹ ਦੋਨੋਂ ਦਾ ਕੰਬੀਨੇਸ਼ਨ 'ਚ ਜੇ ਅਸੀਂ ਇਹ ਦੇਖੀਏ ਕਿ ਅਸੀਂ ਮਿਨੋਰਟੀ ਸਟੇਟਸ ਵੀ ਨਾ ਇੰਜੋਏ ਕਰੀਏ ਤੇ ਉਸ ਤਰ੍ਹਾਂ ਦੀ ਮੈਰਿਟ ਦੇ ਨਾਲ ਜਿਹੜੀ ਹੈ ਉਹ ਕਰੀਏ, ਤੇ ਟੀਚਰ ਵੀ ਰੱਖਣ ਲੱਗਿਆ ਅਸੀਂ ਜਿਹੜਾ ਇਹ ਕਹੀਏ ਕਿ ਅਸੀਂ ਤਾਂ ਜਿਹੜਾ ਉਹ ਭਾਵੇਂ ਸਿੱਖ ਆਏ ਜਾਂ ਨਾ ਆਏ, ਅਸੀਂ ਤੇ ਜਿਹੜਾ ਇਹ ਕਾਲਜ ਚਲਾਉਣਾ ਜੀ ਜਾਂ ਪ੍ਰੋਪਰਟੀ ਚਲਾਉਣਾ ਜੀ, ਤੇ ਫਿਰ ਗੱਲ ਜਿਹੜੀ ਇੱਕ ਵੱਖਰਾ ਪਰਸਪੈਕਟਿਵ ਹੈ। ਹਮੇਸ਼ਾ ਹੀ ਕਿਸੇ ਇੰਸਟੀਟਿਊਸ਼ਨ ਦਾ ਉਸ ਦਾ ਮਿਸ਼ਨ, ਉਸ ਦਾ ਆਬਜੈਕਟਿਵ ਔਰ ਉਸ ਦੀ ਅਚੀਵਮੈਂਟ ਜਿਹੜੀ ਹੈ ਉਸ ਪਰਸਪੈਕਟਿਵ ਜਿਹੜੀ ਹੈ ਦੇਖਣੀ ਚਾਹੀਦੀ ਹੈ। ਤੁਸੀਂ ਦੇਖੋਗੇ ਕਿ ਜੇਕਰ ਅਸੀਂ ਰਿਕਰੂਟਮੈਂਟ ਦੇ ਵਿੱਚ ਜੇ ਹੁਣ ਗੁਰੂ ਤੇਗ ਬਹਾਦਰ ਕਾਲਜ ਦਾ ਤੁਸੀਂ ਫੈਕਲਟੀ ਦੇਖੋਗੇ ਤੇ ਫੈਕਲਟੀ 'ਚ ਮੈਜੋਰਟੀ ਸਿੱਖ ਨੇ। ਹੁਣ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਕਿ ਹਿੰਦੂ ਕਾਲਜ ਦੇ ਮੁਕਾਬਲੇ ਤੇ ਸੇਂਟ ਸਟੀਫਨ ਦੇ ਮੁਕਾਬਲੇ ਤੇ ਜਿਹੜਾ ਉਹ ਸਾਡੇ ਕੋਲ ਬਾਈ ਚਾਂਸ ਹੀ ਸਿੱਖ ਆ ਜਾਂਦੇ ਨੇ ਜੀ, ਤੇ ਅਸੀਂ ਉਹਨਾਂ ਨੂੰ ਰੱਖ ਲੈਂਦੇ ਹਾਂ। ਕਿਤੇ ਨਾ ਕਿਤੇ ਅਸੀਂ ਕੋਈ ਨਾ ਕੋਈ ਉਹਨਾਂ ਨੂੰ ਕੰਸੈਸ਼ਨ ਜਾਂ ਕੋਈ ਨਾ ਕੋਈ ਉਹਨਾਂ ਨੂੰ ਫੁਟੇਜ ਦਿੰਦੇ ਹਾਂ ਜਿਹਦੇ ਨਾਲ ਜਿਹੜਾ ਉਹਨਾਂ ਦੀ ਰਿਕਰੂਟਮੈਂਟ ਹੁੰਦੀ ਹੈ। ਤੇ ਜੇਕਰ ਅਸੀਂ ਮਿਸ਼ਨ ਸੇਵਾ ਦਾ ਔਰ ਕਮਿਊਨਿਟੀ ਦੀ ਸੇਵਾ ਦਾ ਹੈ, ਔਰ ਉਹ ਕਮਿਊਨਿਟੀ ਦੀ ਸੇਵਾ ਸਿਰਫ ਇੰਨੀ ਗੱਲ ਹੈ ਕਿ ਜਿਹੜੇ ਸਟੂਡੈਂਟਸ ਐਡਮਿਟ ਹੁੰਦੇ ਨੇ ਉਹਨਾਂ ਨੂੰ ਪੜ੍ਹਾ ਕੇ, ਜੇਕਰ ਤੁਸੀਂ ਜੇ ਉੱਥੇ ਦੇ ਸਟੂਡੈਂਟ ਰਹੇ ਹੋ ਤੇ ਜੇ ਤੁਸੀਂ ਇਸ ਗੱਲ ਲਈ ਸੈਟੀਸਫਾਈਡ ਹੋ ਕਿ ਜਿਹੜੀ ਇੱਥੇ ਮੈਨੂੰ ਗਾਈਡੈਂਸ ਮਿਲੀ ਹੈ ਜਾਂ ਜਿਹੜੀ ਮੈਨੂੰ ਇੱਥੇ ਜਿਹੜੀ ਹੈ ਉਹ ਐਜੂਕੇਸ਼ਨ ਦਾ ਜਿਹੜਾ ਸਟੈਂਡਰਡ ਦੇ ਜਿਹੜਾ ਮਿਲਿਆ ਹੈ ਉਹ ਸੈਟੀਸਫਾਈਡ ਹੈ, ਤੇ ਫਿਰ ਇਹ ਜਿਹੜੀ ਗ੍ਰੇਡਿੰਗ ਜਿਹੜੀ ਹੈ ਇਹਦੇ ਬਾਰੇ ਜਿਹੜਾ ਉਹਨੂੰ ਸੈਕੰਡਰੀ ਜਿਹੜਾ ਉਹ ਰੱਖਣਾ ਚਾਹੀਦਾ। ਦੂਜਾ ਇਹਦੇ ਵਿੱਚ ਮਾਪਦੰਡ ਜਿਹੜਾ ਹੈ ਇਹ ਜਿਹੜਾ ਮਤਲਬ ਬੜੀ ਕਲੀਅਰ ਜੀ ਗੱਲ ਹੈ ਕਿ ਜਿਹੜੇ ਮੀਡੀਆ ਦੇ ਜਿਹੜੇ ਨੇ ਉਹ ਗ੍ਰੇਡਿੰਗ ਹੁੰਦੀ ਹੈ ਉਹਦੇ ਵਿੱਚ ਬੜਾ ਕੁਝ ਹੋਰ ਵੀ ਇਨਵੋਲਵਡ ਹੈ। ਸ਼ਾਇਦ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਜਿਹੜੀਆਂ ਨੇ ਅੰਡਰ ਹੈਂਡ ਜਿਹੜੇ ਸਿਸਟਮ ਚੱਲਦੇ ਨੇ ਉਹਦੇ ਲਈ ਵੀ ਨਾ ਚੱਲਦੇ ਹੋਣ। ਇਹਦੀ ਜਿਹੜੀ ਹੈ ਅਸਲੀ ਜਿਹੜੀ ਹੈ ਉਹ ਮਾਪਦੰਡ ਜਿਹੜਾ ਹੈ ਉਹ ਨੈਸ਼ਨਲ ਐਕ੍ਰੈਡੀਟੇਸ਼ਨ ਐਂਡ ਅਸੈਸਮੈਂਟ ਕੌਂਸਲ ਜਿਹੜੀ ਹੈ ਨੈਕ ਜਿਹੜੀ ਹੈ ਉਸ ਨੂੰ ਜਿਹੜਾ ਤੁਸੀਂ ਸਾਹਮਣੇ ਰੱਖ ਸਕਦੇ ਹੋ ਕਿ ਨੈਕ ਦੀ ਇਹਨਾਂ ਦੀ ਜਿਹੜੀ ਹੈ ਉਹ ਕੀ ਰੈਂਕਿੰਗ ਹੈ। ਜੇ ਨੈਕ ਦੀ ਰੈਂਕਿੰਗ ਜਿਹੜੀ ਹੈ ਉਹ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਹੈ ਉਹ A+ ਜਾਂ A ਹੈ, ਤੇ ਉਹ ਗੱਲ ਜਿਹੜੀ ਹੈ ਉਹਦਾ ਮਤਲਬ ਇਹ ਹੈ ਕਿ ਇਟ ਇਜ਼ ਵਨ ਆਫ ਦਾ ਬੈਸਟ ਕਾਲਜਸ। ਕਿਉਂਕਿ ਉਹਦੇ ਵਿੱਚ ਇੱਕ ਐਜੂਕੇਸ਼ਨ ਇੰਟਰਨੈਸ਼ਨਲ ਐਜੂਕੇਸ਼ਨ ਐਵੈਲੂਏਸ਼ਨ ਸਟੈਂਡਰਡਸ ਮੇਨਟੇਨ ਕੀਤੇ ਜਾਂਦੇ ਨੇ। ਤੇ ਜੇਕਰ ਅਸੀਂ ਮੀਡੀਆ ਇਹਨੂੰ ਫੈਸਲਾ ਕਰਦਾ ਤੇ ਮੀਡੀਆ ਤੇ ਮੀਡੀਆ ਜਿਵੇਂ ਅੱਜ ਕੱਲ੍ਹ ਤੁਹਾਡੇ ਸਾਹਮਣੇ ਵੀ ਹੈ, ਜ਼ਰੂਰੀ ਨਹੀਂ ਕਿ ਮੀਡੀਆ ਜਿਹੜਾ ਸਭ ਕੁਝ ਇਸ ਹਿਸਾਬ ਨਾਲ ਹੋਵੇ। ਬੜੇ ਜਰਨਲ ਉਹ ਨੇ, ਮੈਗਜ਼ੀਨਸ ਉਹ ਨੇ ਜਿਹੜੇ ਪੈਸੇ ਲੈ ਕੇ, ਮੈਂ ਪਰਟੀਕੂਲਰ ਕਿਸੇ ਦੀ ਨਹੀਂ ਗੱਲ ਕਰਦਾ, ਪੈਸੇ ਲੈ ਕੇ ਵੀ ਉਹ ਗ੍ਰੇਡਿੰਗ ਜਿਹੜੀ ਹੈ ਬੜੇ ਥਰਡ ਰੇਟ ਕਾਲਜਾਂ ਨੂੰ ਵੀ ਫਸਟ ਡਿਕਲੇਅਰ ਕਰ ਲੈਂਦੇ ਨੇ। ਸੋ ਇਹ ਇੱਕ ਖੇਡ ਹੈ। ਸਾਹਿਬ ਇੱਕ ਗੱਲ ਹੋ ਰਹੀ ਹੈ, ਦੇਖੋ ਗੱਲ ਹੈਗੀ ਪਰਸੈਪਸ਼ਨ ਦੀ। ਪਬਲਿਕ ਪਰਸੈਪਸ਼ਨ ਜਿਹੜੀ ਹੁੰਦੀ ਉਹ ਬਹੁਤ ਮੈਟਰ ਕਰਦੀ ਹੈਗੀ। ਆਪਾਂ ਗੱਲ ਕਰ ਰਹੇ ਹੈਗੇ ਇੱਕ ਐਸੀ ਸਾਈਕਲ ਦੀ ਕਿ ਅਸੀਂ ਮਾਈਨੋਰਿਟੀਜ਼ ਵਾਸਤੇ ਅਫਕੋਰਸ ਐਮਪਲੋਇਮੈਂਟ ਦੇ ਐਵੇਨਿਊਜ਼ ਵੀ ਨੇ ਔਰ ਅਫਕੋਰਸ ਐਜੂਕੇਸ਼ਨ ਦੇ ਐਵੇਨਿਊਜ਼ ਵੀ ਖੜੇ ਕੀਤੇ ਨੇ। ਮੇਰਾ ਜਿਹੜਾ ਸਵਾਲ ਹੈਗਾ, ਅਗਰ ਇਹ ਇਸ ਤਰ੍ਹਾਂ ਦੀ ਸਾਈਕਲ ਚੱਲਦੀ ਰਹੇ ਉਹ ਜੋ ਚੱਲਦੀ ਆ ਰਹੀ ਹੈ ਤੇ ਫਿਰ ਤੇ ਅਸੀਂ ਸਭ ਨੂੰ ਬਲੇਮ ਕਰਦੇ ਰਹਾਂਗੇ। ਅਸੀਂ ਅਸੈਸਰ ਨੂੰ ਵੀ ਬਲੇਮ ਕਰ ਸਕਦੇ ਹਾਂ, ਕਿਸੇ ਨੂੰ ਵੀ ਕਰ ਸਕਦੇ, ਲੇਕਿਨ ਜਿਹੜੀ ਗੱਲ ਹੈਗੀ ਅੰਦਰਲੀ ਝਾਤੀ ਮਾਰਨ ਦੀ ਕਿ ਕਿਸੇ ਨੂੰ ਵੀ ਅਖਬਾਰ ਜਾ ਕੇ ਪੁੱਛੀਏ, ਨੌਨ ਸਿੱਖ ਨੂੰ ਪੁੱਛੀਏ ਤੇ ਉਹ ਕਹਿੰਦਾ ਯਾਰ ਸੇਂਟ ਸਟੀਫਨਸ, ਇਹ ਤੇ ਸਾਨੂੰ ਵੀ ਪਤਾ ਸੇਂਟ ਸਟੀਫਨਸ ਹੈ, ਇਹਦੀ ਕੋਈ ਦੋ ਰਾਏ ਹੈ ਨਹੀਂ। ਸੇਂਟ ਸਟੀਫਨਸ ਜਿਹੜਾ ਹੈਗਾ ਉਹ ਮਾੜਾ, ਉਹ ਟੌਪ ਦਾ ਕਾਲਜ ਹੈਗਾ ਔਰ ਕੰਸਿਸਟੈਂਟਲੀ ਟੌਪ ਦਾ ਕਾਲਜ ਰਿਹਾ ਹੈਗਾ, ਉਹ ਵੀ ਹੁਣ ਕ੍ਰਿਸਚੀਅਨ ਕਾਲਜ ਹੈਗਾ। ਤੇ ਇੱਕ ਕਾਰਨ ਦੱਸੋ ਨਾ, ਮੈਂ ਜਿਹੜੀ ਸਪਸ਼ਟ ਉਹਦੇ ਨਾਲ, ਕਿਉਂਕਿ ਤੁਸੀਂ ਸਿਰਫ ਔਰ ਸਿਰਫ ਇੱਕ ਐਜੂਕੇਟਰ ਨਹੀਂ ਹੋ, ਤੁਸੀਂ ਓਰੀਜਨਲ ਥਿੰਕਰ ਵੀ ਹੋ। ਕੀ ਪ੍ਰਬੰਧਕੀ ਢਾਂਚੇ ਦੇ ਵਿੱਚ ਕੀ ਐਸੀ ਕਮੀਆਂ ਨੇ ਜੋ ਤੁਸੀਂ ਵਾਚ ਕਰਦੇ ਹੋ ਕਿ ਅਸੀਂ ਉਤਨਾ ਨਹੀਂ ਉੱਭਰ ਪਾ ਰਹੇ? ਤੁਸੀਂ ਵਟ ਅਬਾਊਟਰੀ ਦਾ ਕੋਈ ਸਵਾਲ ਨਹੀਂ ਕਿ ਮੀਡੀਆ ਇਸ ਤਰ੍ਹਾਂ ਹੈਗਾ ਜਾਂ ਉਹ ਰੈਂਕਿੰਗ ਇਸ ਤਰ੍ਹਾਂ ਹੈਗੀ ਹੈ, ਵਟ ਅਬਾਊਟਰੀ ਦਾ ਸੋਲੂਸ਼ਨ ਨਹੀਂ ਨਿਕਲਣਾ। ਗੱਲ ਤਾਂ ਨਹੀਂ, ਬੜੀ ਸਪਸ਼ਟ ਗੱਲ ਦੱਸੀ ਹੈ ਕਿ ਜੇਕਰ ਮਿਨੋਰਟੀ ਸਟੇਟਸ ਨੂੰ ਔਰ ਮਿਨੋਰਟੀ ਸਟੇਟਸ ਨੂੰ ਆਪਣੇ ਸਿੱਖ ਸਟੂਡੈਂਟਸ ਨੂੰ ਬੈਟਰ ਸਿੱਖਿਆ ਦੇਣ ਲਈ ਗੁਰੂ ਤੇਗ ਬਹਾਦਰ ਕਾਲਜ ਜਾਂ ਜਿਹੜਾ ਉਹ ਦੂਜੇ ਕਾਲਜ ਜਿਹੜੇ ਨੇ ਉਹਨਾਂ ਨੇ ਅੱਗੇ ਆਉਣਾ ਤੇ ਉਸ ਦੇ ਵਿੱਚ ਨਾਲ ਜਿਹੜੀ ਹੈ ਉਹ ਫੈਕਲਟੀ ਦੀ ਰਿਕਰੂਟਮੈਂਟ ਵਿੱਚ ਵੀ ਆਉਣਾ ਹੈ। ਤੇ ਅਸੀਂ ਇਹ ਮੰਨ ਸਕਦੇ ਹਾਂ ਕਿ ਕੁਝ ਪਰਸਨ ਜਿਹੜਾ ਹੈ ਇਸ ਦਾ ਨੁਕਸਾਨ ਜਿਹੜਾ ਹੈ ਉਹ ਸਾਨੂੰ ਝੱਲਣਾ ਵੀ ਚਾਹੀਦਾ ਹੈ, ਕਿਉਂਕਿ ਸਾਡਾ ਮਿਸ਼ਨ ਕੀ ਹੈ। ਦੂਜੀ ਗੱਲ ਬੜੀ ਕਲੀਅਰ ਹੈ ਕਿ ਇਹ ਜਿਹੜੀ ਪ੍ਰਬੰਧਕੀ ਸਿਸਟਮ ਹੈ ਉਹ ਪ੍ਰਬੰਧਕੀ ਸਿਸਟਮ ਕਿਉਂਕਿ ਇਲੈਕਟਡ ਜਿਹੜੀਆਂ ਨੇ ਉਹ ਆਰਗੇਨਾਈਜੇਸ਼ਨ ਦੇ ਨਾਲ ਜੁੜਦੇ ਨੇ ਔਰ ਉਹ ਇਲੈਕਟਡ ਜਿਹੜੀਆਂ ਕਿ ਪੋਲੀਟੀਕਲ ਸਿਸਟਮ ਦੇ ਵਿੱਚੋਂ ਜਿਹੜੀ ਹੈ ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਨਿਕਲਦਾ ਹੈ ਔਰ ਮਾਸ ਮੂਵਮੈਂਟ ਦੇ ਉੱਤੇ ਹੁਣ ਉੱਥੋਂ ਦੇ ਜਦੋਂ ਹਰ ਵਾਰੀ ਜਿਹੜਾ ਪ੍ਰਬੰਧ ਬਦਲਦਾ ਤੇ ਉਹਦੇ ਵਿੱਚ ਇੰਚਾਰਜ ਜਾਂ ਚੇਅਰਮੈਨ ਜਿਹੜੇ ਨੇ ਲੋਕਲ ਕਮੇਟੀ ਦੇ ਜਿਹੜੇ ਬੰਦੇ ਨੇ ਉਹਨਾਂ ਦਾ
ਐਜੂਕੇਸ਼ਨ ਨਾਲ ਕਿੰਨਾ ਸੰਬੰਧ ਹੈ, ਐਜੂਕੇਸ਼ਨ ਦੀ ਕੀ ਵਿਜ਼ਨ ਹੈ। ਉਸ ਕਰਕੇ ਜਿਵੇਂ ਪਹਿਲਾਂ ਵੀ ਮੈਂ ਕਿਹਾ ਕਿ ਜੇਕਰ ਪ੍ਰਬੰਧਕੀ ਸਿਸਟਮ ਜਿਹੜੇ ਨੇ ਉਹ ਪ੍ਰੋ ਐਜੂਕੇਸ਼ਨ ਹੋਣ ਤੇ ਐਜੂਕੇਸ਼ਨਿਸਟ ਨੂੰ ਅੱਗੇ ਜਿਹੜਾ ਉਹ ਲਾਉਣ। ਕਿਸੇ ਜ਼ਮਾਨੇ ਦੇ ਵਿੱਚ ਜਦੋਂ ਇੱਥੇ GS ਰੰਧਾਵਾ ਹੋਰੀ ਹੁੰਦੇ ਸੀ ਪ੍ਰਿੰਸੀਪਲ, ਉਦੋਂ ਟੌਪ ਐਕੈਡਮਿਸ਼ੀਅਨ ਜਿਹੜੇ ਸਨ, ਸੁਪਰੀਮ ਕੋਰਟ ਦੇ ਜੱਜ ਜਾਂ ਦੂਸਰੇ ਜਿਹੜੇ ਸਨ ਰਿਟਾਇਰਡ, ਉਹਨਾਂ ਨੂੰ ਲੋਕਲ ਜਿਹੜਾ ਸੀ ਉਹ ਚੇਅਰਮੈਨ ਜਿਹੜਾ ਸੀ ਉਹ ਬਣਾਏ ਜਾਂਦੇ ਸਨ। ਸੋ ਉਹ ਕਿੰਨੇ ਕੁ ਪ੍ਰਬੰਧਕੀ ਕਰ ਸਕਦੇ ਨੇ, ਲੇਕਿਨ ਨਾਲ ਇਹ ਗੱਲ ਮੰਨਣੀ ਪਏਗੀ ਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਫਿਰ ਵੀ ਕਾਫੀ ਕੁਝ ਫੈਕਲਟੀ ਔਰ ਪ੍ਰਿੰਸੀਪਲ ਤੇ ਡਿਪੈਂਡ ਕਰਦਾ ਹੈ ਕਿ ਉਹ ਜਿਹੜਾ ਹੈ ਉਹ ਕਿੰਨਾ ਕੁ ਉਸ ਲਈ ਜਿਹੜਾ ਉਹ ਕਮਿਟਮੈਂਟ ਨਾਲ ਕੰਪੈਰੀਟਿਵਲੀ ਕਰਦੇ ਨੇ। ਲੇਕਿਨ ਜਿਹੜਾ ਸਟੂਡੈਂਟਸ ਦਾ ਲੋਟ ਔਰ ਜਿਹੜਾ ਫੈਕਲਟੀ ਦਾ ਲੋਟ ਹੈ ਉਹ ਸਿਵਿਕ ਕੰਸੀਡਰੇਸ਼ਨ ਨਾਲ ਲੈ ਕੇ ਚੱਲਣੀ ਪਏਗੀ। ਤੁਸੀਂ ਪਿਛਲੇ 10-15 ਸਾਲਾਂ ਦੇ ਵਿੱਚ ਵਾਚ ਕੀਤਾ ਹੈ, ਦਿੱਲੀ ਦੇ ਐਕੈਡੈਮਿਕ ਇੰਸਟੀਟਿਊਸ਼ਨਸ ਨੂੰ ਵੀ ਵਾਚ ਕੀਤਾ ਹੈਗਾ, ਖਾਲਸਾ ਕਾਲਜਸ ਨੂੰ ਵੀ ਵਾਚ ਕੀਤਾ ਹੈਗਾ, ਹੋਰ ਦਿੱਲੀ ਗੁਰਦੁਆਰਾ ਕਮੇਟੀ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਵੀ ਬੜੀ ਕਲੋਜ਼ਲੀ ਵਾਚ ਕੀਤਾ ਹੈ। ਇਹਨਾਂ 10-15 ਸਾਲਾਂ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ ਕਿ ਇੰਪਰੂਵਮੈਂਟ ਹੋਈ ਹੈ ਜਾਂ ਡਿਕਲਾਈਨ ਆਇਆ ਹੈ ਜਾਂ ਸਟੇਟਸ ਕੋ ਰਿਹਾ ਹੈ, ਔਰ ਜੋ ਵੀ ਕੁਝ ਹੋਇਆ ਹੈ ਉਹਦੇ ਕਾਰਨ ਕੀ? ਦੇਖੋ, ਡਿਕਲਾਈਨ ਥੋੜਾ ਜਿਹਾ ਪਿਛਲੇ ਪੀਰੀਅਡ ਵਿੱਚ ਆਇਆ ਕਿਉਂਕਿ ਥੋੜਾ ਜਿਹਾ ਪ੍ਰਬੰਧਕੀ ਜਿਹੜਾ ਸਿਸਟਮ ਹੈ ਉਹ ਹਿੱਲਿਆ, ਔਰ ਉਹਦੇ ਹਿੱਲਣ ਦੇ ਕਾਰਨ ਦੇ ਵਿੱਚ ਫਾਈਨੈਂਸ਼ੀਅਲ ਜਿਹੜਾ ਹੈ ਉਹ ਬੇਸ ਵੀ ਹੈ। ਉਸ ਦੇ ਵਿੱਚ ਜਿਹੜੀ ਹੈ ਮੈਨੇਜਮੈਂਟ ਦੀ ਜਿਹੜੀ ਹੈ ਬੋਰਡ ਦੇ ਵਿੱਚ ਇੰਟਰਫੇਰੈਂਸ ਜਿਹੜੀ ਹੈ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਥੋੜੀ ਜਿਹੀ ਵੱਧ ਗਈ ਹੈ, ਔਰ ਵਧਣ ਦੇ ਨਾਲ ਜਿਹੜਾ ਉਹ ਐਡਮਿਸ਼ਨ ਦੇ ਵਿੱਚ ਵੀ, ਜੇਕਰ ਅਸੀਂ ਕਹੀਏ ਕਿ ਕਿਸੇ ਵੇਲੇ ਸਿੱਖ ਹੋਣਾ, ਲੇਕਿਨ ਐਡਮਿਸ਼ਨ ਦਾ ਵੀ ਇੱਕ ਮਿਨੀਮਮ ਮਾਰਕਸ ਦਾ ਜਿਹੜਾ ਸੀ ਕ੍ਰਾਈਟੇਰੀਆ ਹੁੰਦਾ ਸੀ, ਜਿਹੜਾ ਹੁਣ ਪਿਛਲੇ 4-5 ਸਾਲ ਤੋਂ ਟੁੱਟ ਗਿਆ ਕਿ ਜਿਹੜਾ ਵੀ ਸਿੱਖ ਹੈ ਜਿਵੇਂ ਮਰਜ਼ੀ ਜਿਹੜਾ ਉਹਨੂੰ ਐਡਮਿਸ਼ਨ ਕਰ ਲਓ। ਜੇ ਯੂਨੀਵਰਸਿਟੀ ਜਿਹੜੀ ਹੈ ਉਹ ਉਸ ਨੂੰ ਨਹੀਂ ਵੀ ਐਕਸੈਪਟ ਕਰਦੀ ਫਿਰ ਵੀ ਕਰ ਲਓ। ਜਿਵੇਂ ਯੂਨੀਵਰਸਿਟੀ ਦੇ ਵਿੱਚ, ਮੇਰੀ ਗੱਲ ਸੁਣੋ, ਯੂਨੀਵਰਸਿਟੀ ਦੇ ਵਿੱਚ ਵੀ ਸਾਡਾ ਜਿਹੜਾ ਉਹ ਪ੍ਰੈਸ਼ਰ ਜਿਹੜਾ ਇਸ ਕਰਕੇ ਘਟ ਗਿਆ ਕਿ ਅਸੀਂ ਯੂਨੀਵਰਸਿਟੀ ਨੂੰ ਵੀ ਜਿਹੜੀ ਰਿਕੁਆਇਰਡ ਮਨੀ ਹੈ, ਜਿਹੜੀ 95% ਗ੍ਰਾਂਟ ਇਨ ਏਡ ਸਕੀਮ ਦੇ ਵਿੱਚ ਆਉਂਦੀ ਹੈ, 5% ਉਹ ਵੀ ਅਸੀਂ ਉਹਨਾਂ ਨੂੰ ਨਹੀਂ ਦੇ ਸਕੇ, ਤੇ ਉਹਦੇ ਵਿੱਚ ਜਿਹੜਾ ਇੱਕ ਸਟੇਟਸ ਔਰ ਸਿਸਟਮ ਦੇ ਨੂੰ ਜਿਹੜਾ ਉਹ ਜਿਹੜਾ ਬੜਾ ਡਿਕਲਾਈਨ ਆਉਂਦਾ ਹੀ ਹੈ। ਸੋ ਪਿਛਲੇ ਪੀਰੀਅਡ ਦੇ ਵਿੱਚ ਡਿਕਲਾਈਨ ਆਇਆ, ਲੇਕਿਨ ਇਹ ਡਿਕਲਾਈਨ ਜਿਹੜੇ ਨੇ ਇਹਨਾਂ ਨੂੰ ਮੈਂ ਸਮਝਣਾ ਕਿ ਟੈਂਪਰੇਰੀ ਫੇਜ਼ਸ 'ਚ ਆਉਂਦੇ ਨੇ, ਕਿਉਂਕਿ ਬੇਸਿਕ ਸਟਰਕਚਰ ਜਿਹੜਾ ਹੈ ਕਾਲਜ ਦਾ ਜਿਹੜਾ ਹੈ ਉਹ ਐਕੈਡਮਿਕ ਫਾਊਂਡੇਸ਼ਨ ਦੇ ਨਾਲ ਜਿਹੜਾ ਉਹ ਸਟਰੋਂਗ ਹੈ, ਔਰ ਉਹ ਕੋਪ ਵਿਦ ਕਰ ਸਕਦੀ ਜਿਹੜੀ ਹੈ ਸਮਰੱਥਾ ਜਿਹੜੀ ਹੈ ਉਹ ਰੱਖਦਾ। ਦੇਖੋ ਡਾਕਟਰ ਸਾਹਿਬ, ਬੇਸਿਕ ਸਟਰਕਚਰ ਦੀ ਗੱਲ ਆਉਂਦੀ, ਜਿਸ ਤਰ੍ਹਾਂ ਕਿਹਾ ਵੀ ਜਾਂਦਾ ਹੈਗਾ ਕਿ ਸਬਕਤ ਰਿਤ ਹੋਏ ਬੂੰਦ ਬੂੰਦ ਤੇ ਘਟ ਭਰੇ, ਤੇ ਅਗਰ ਬੇਸਿਕ ਸਟਰਕਚਰ ਇੰਡੀਅਨ ਦੀ ਇਕਨੋਮੀ ਦਾ ਵੀ ਬੜਾ ਵੱਡਾ ਕਿਹਾ ਜਾਂਦਾ ਸੀ, ਲੇਕਿਨ ਆ ਸਾਨੂੰ ਪਤਾ ਹੈ ਕੀ ਹਾਲ ਚੱਲ ਰਿਹਾ ਹੈਗਾ। 2008 ਦੀ ਜਦੋਂ ਮੈਲਟਡਾਊਨ ਹੁੰਦਾ ਹੈ ਤੇ ਇੰਡੀਆ ਉਹਨੂੰ ਕੁਸ਼ਨ ਕਰ ਲੈਂਦਾ ਹੈ, ਤੇ ਅੱਜ ਜੋ ਹਾਲ ਚੱਲ ਰਿਹਾ ਹੈ, ਸੋ ਕੰਪਲੇਸੈਂਸੀ ਤੁਸੀਂ ਸਮਝਦੇ ਹੋ ਕਿ ਆ ਗਈ ਹੈ, ਔਰ ਇਹ ਕੰਪਲੇਸੈਂਸੀ ਜਿਹੜੀ ਹੈਗੀ ਹੈ ਇਹ ਕਿਧਰੇ ਨਾ ਕਿਧਰੇ ਘਾਤਕ ਸਿੱਧ ਹੋ ਰਹੀ ਹੈ ਸਾਡੇ ਵਿੱਚ? ਦੇਖੋ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹ ਸਾਰੇ ਜਿਹੜੇ ਨੇ, ਜਿੱਥੋਂ ਤੱਕ ਜਿਹੜਾ ਸਾਡਾ ਪ੍ਰਬੰਧਕੀ ਸਿਸਟਮ ਹੈ, ਜਿਹੜੇ ਕਾਲਜ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਵਿੱਚ ਇਹ ਜਿਹੜੀ ਹੈ ਇੱਕ ਟੈਂਪਰੇਰੀ ਫੇਜ਼ ਚੱਲਣਗੇ। ਜੇ ਪ੍ਰਬੰਧਕ ਬਦਲ ਜਾਣਗੇ, ਐਜੂਕੇਸ਼ਨਿਸਟ ਅੱਗੇ ਆ ਜਾਣਗੇ, ਜਾਂ ਜਿਹੜੀ ਨਵੀਂ ਇਲੈਕਟਡ ਬੋਡੀ ਜਿਹੜੀ ਹੈ ਉਹ ਐਜੂਕੇਸ਼ਨਿਸਟ ਨੂੰ ਅੱਗੇ ਲਿਆਏਗੀ ਔਰ ਉਹਨਾਂ ਨੂੰ ਫ੍ਰੀ ਹੈਂਡ ਦੇਗੀ, ਤੇ ਫਿਰ ਜਿਹੜਾ ਹੈ ਵਿਦ ਸ਼ਾਰਟ ਸਪੈਨ ਇਹਨੂੰ ਤੇ ਨਾਰਮਲ ਹੋ ਸਕਦਾ। ਕੀ ਤੁਸੀਂ ਸਮਝਦੇ ਹੋ ਕਿ ਜਿਹੜੇ ਇਕੋਸਿਸਟਮ ਵਿੱਚ ਅਸੀਂ ਜਾਂ ਦਿੱਲੀ ਗੁਰਦੁਆਰਾ ਕਮੇਟੀ, ਅਸੀਂ ਮੈਂ ਇਸ ਕਰਕੇ ਕਹਿ ਰਿਹਾ ਬਿਕੋਜ਼ ਵੀ ਆਈਡੈਂਟੀਫਾਈ ਆਵਰਸੈਲਵਸ ਐਜ਼ ਅ ਕਮਿਊਨਿਟੀ ਕਿ ਇੱਥੇ ਸਾਡੇ ਅਦਾਰੇ ਨੇ, ਸਾਡੀ ਕੌਮੀ ਅਦਾਰੇ ਨੇ, ਔਰ ਕੀ ਤੁਸੀਂ ਸਮਝਦੇ ਹੋ ਇਸ ਇਕੋਸਿਸਟਮ ਦੇ ਵਿੱਚ ਫ੍ਰੀ ਹੈਂਡ ਵਾਲੀ ਗੱਲ ਲੱਗਦੀ ਤੇ ਬੜੀ ਆਈਡੀਅਲ? ਦਿੱਲੀ ਦੇ ਹਰ ਚੋਣਾਂ ਦੇ ਵਿੱਚ ਮੈਂ ਆਪ ਦੇਖਦਾ ਇੱਕ ਐਲੀਟ ਉੱਠਦੀ ਹੈ, ਗੱਲ ਸਕੂਲਾਂ ਦੀ ਕਰਦੀ ਹੈ, ਕਾਲਜਿਸ ਦੀ ਕਰਦੀ ਹੈ। ਜਦੋਂ ਇੱਕ ਇਲੈਕਸ਼ਨ ਹੋ ਜਾਂਦਾ, 2-3 ਮਹੀਨੇ ਬੀਤ ਜਾਂਦੇ ਨੇ, 4 ਮਹੀਨੇ ਬੀਤ ਜਾਂਦੇ ਨੇ, ਉਹ ਐਲੀਟ ਅਲੋਪ ਹੋ ਜਾਂਦੀ ਹੈ, ਤੇ ਫਿਰ ਉਹਦਾ ਅਵਤਾਰ ਹੁੰਦਾ ਹੈ ਜਦੋਂ ਇਲੈਕਸ਼ਨ ਨੇੜੇ ਆਉਂਦੇ ਨੇ। ਹਾਲੇ ਕਿ ਜਿਹੜੇ ਇਲੈਕਟਡ ਬੋਡੀ ਦੇ ਵਿੱਚ ਪੋਸੀਬਲ ਹੈ ਜੀ, ਜਿਹੜੀ ਇਲੈਕਟਡ ਬੋਡੀ ਹੈ ਉਹਦੀ ਕਮਿਟਮੈਂਟ ਜਿਹੜੀ ਹੈ ਉਹ ਐਜੂਕੇਸ਼ਨ ਨਾਲ ਕਿੰਨੀ ਹੈ, ਕਿ ਜੇਕਰ ਸਿਰਫ ਉਹ 14 ਦਾ ਅੱਡਾ ਬਣਾਉਂਦੀ ਹੈ ਉਹ ਇੱਕ ਐਸਪੈਕਟ ਹੈ, ਜੇਕਰ ਕੋਈ ਇਹਦੇ ਚੋਂ ਫਾਈਨੈਂਸ਼ੀਅਲ ਬੈਨੀਫਿਟ ਲੈਂਦੀ ਹੈ ਉਹ ਦੂਜਾ ਐਸਪੈਕਟ ਹੈ, ਜੇ ਤੀਜਾ ਜਿਹੜਾ ਇਹ ਹੈ ਕਿ ਰਿਕਰੂਟਮੈਂਟ ਦੇ ਵਿੱਚ ਪੂਰਾ ਹੀ ਧੱਕਾ ਜਿਹੜਾ ਕਰਨ ਵਾਲੀ ਹੈ ਤੇ ਉਹ ਇੱਕ ਵੱਖਰਾ ਐਸਪੈਕਟ ਹੈ। ਸੋ ਸਾਨੂੰ ਤਾਂ ਇਹ ਦੇਖਣਾ ਪਏਗਾ ਕਿ ਇਹ ਇੱਕ ਅਨਸੈਟ ਜਿਹੜੀ ਹੈ ਕਮਿਟਮੈਂਟ ਹੈ ਕਿ ਜਿਹੜੀ ਵੀ ਕਮੇਟੀ ਆਉਂਦੀ ਹੈ ਉਸ ਦੀ ਐਕੈਡਮਿਕਸ ਦੇ ਨਾਲ, ਐਜੂਕੇਸ਼ਨ ਦੇ ਨਾਲ ਕੀ ਕਮਿਟਮੈਂਟ ਹੈ ਤੇ ਕਿਵੇਂ ਉਹਨੂੰ ਜਿਹੜਾ ਚਲਾਉਣਾ। ਮੈਂ ਪਿਛਲੇ ਪੀਰੀਅਡ 'ਚ ਦੇਖੇ ਸਨ ਕਿ ਜਦੋਂ ਨਵੀਆਂ ਇੰਸਟੀਟਿਊਸ਼ਨ ਇਹਨਾਂ ਨੇ ਸਥਾਪਿਤ ਹੋਈਆਂ ਸਨ ਪਹਿਲੇ ਪ੍ਰਬੰਧਕੀ ਸਿਸਟਮ ਦੇ ਵਿੱਚ, ਔਰ ਉਸ ਵੇਲੇ ਮੈਂ ਕਿਉਂਕਿ ਡੀਨ ਕਾਲਜਸ ਹੁੰਦਾ ਸੀ, ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਵੀ ਜਿਹੜੀਆਂ ਨੇ ਇੱਥੇ ਕੁਝ ਜਿਹੜੇ ਸਨ ਅਫੀਲੀਏਟਡ ਕਾਲਜ ਜਿਹੜੇ ਸਨ ਬਣੇ ਸਨ, ਜਿਵੇਂ ਪੰਜਾਬੀ ਬਾਗ ਦਾ
ਜਿਹੜਾ ਸੀ ਉਹ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵੀ ਸੀ, ਦੂਸਰਾ ਵੀ ਸੀ, ਔਰ ਮੈਂ ਉਸ ਦੇ ਵਿੱਚ ਉਸ ਨੂੰ ਸ਼ੁਰੂ ਕਰਨ 'ਚ ਉਹਦੀ ਐਪਲੀਕੇਸ਼ਨ ਦੇਣ ਦੇ ਵਿੱਚ ਜਿਹੜਾ ਹਿੱਸੇਦਾਰ ਸੀ ਕਿ ਉਸ ਵੇਲੇ ਪ੍ਰਬੰਧਕੀ ਸਿਸਟਮ ਦੇ ਵਿੱਚ ਜ਼ਰੂਰ ਇੱਕ ਫ੍ਰੀ ਹੈਂਡ ਸੀ ਕਿ ਜਿਹੜਾ ਡਾਇਰੈਕਟਰ ਹੈ ਉਹ ਕਿਹੜੇ ਸਾਲ ਦੀ ਗੱਲ ਕਰ ਰਹੇ ਹੋ ਤੁਸੀਂ? ਮੈਂ ਗੱਲ ਕਰ ਰਿਹਾ ਕਿ 2001 ਤੋਂ ਪਹਿਲਾਂ, ਸੋ ਸਮਝੋ 1995 96 97 ਦੀਆਂ ਗੱਲਾਂ ਹੋਣਗੀਆਂ, ਜਿਸ ਵੇਲੇ ਮੈਂ ਡੀਨ ਕਾਲਜ ਡਿਵੈਲਪਮੈਂਟ ਕਾਉਂਸਲ ਸੀ ਔਰ ਕਾਲਜਾਂ ਦੀ ਐਪਲੀਕੇਸ਼ਨ ਜਿਹੜੀ ਹੈ ਦਿੱਲੀ ਦੇ ਵਿੱਚ ਵੀ ਕਾਲਜਾਂ ਦੀ ਐਪਲੀਕੇਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਹੁੰਦੀ ਸੀ। ਉਸ ਵੇਲੇ 2 ਕਾਲਜ ਜਿਹੜੇ ਸਨ ਉਹ ਅਫੀਲੀਏਟ ਜਿਹੜੇ ਸਨ ਉਹ ਹੋਏ ਸਨ ਔਰ ਉਹ ਅਪੀਲੇਸ਼ਨ ਪ੍ਰੋਸੈਸ ਦੇ ਵਿੱਚ ਐਜ਼ ਐਨ officer from the side of the Guru Nanak Dev University, I was the person. So ਉਸ ਵੇਲੇ ਉਹ ਸਿਸਟਮ ਤੇ ਫ੍ਰੀ ਹੈਂਡ ਜਿਹੜਾ ਸੀ ਉਹ ਹੈ ਸੀ, ਭਾਵੇਂ ਵੱਖਰੀ ਗੱਲ ਹੈ ਕਿ ਉਹ ਫ੍ਰੀ ਹੈਂਡ ਡਾਇਰੈਕਟਰ ਨੂੰ ਦੇਣਾ ਵੀ ਕਈ ਵਾਰੀ ਬਹੁਤ ਚੰਗਾ ਜਿਹੜਾ ਸੀ ਨਹੀਂ ਸੀ ਲੱਗਦਾ, ਲੇਕਿਨ ਉਹਦੇ ਵਿੱਚ ਸਾਰੇ ਸਿਸਟਮ ਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਮੈਨੇਜਰੀਅਲ ਜਿਹੜੀ ਹੈ ਉਹ ਇੰਟਰਫੇਰੈਂਸ ਨਹੀਂ ਸੀ। ਉਦੋਂ ਸ਼ਾਇਦ ਜਾਂ ਪਰਮਜੀਤ ਸਰਨਾ ਜਾਂ ਦੂਸਰੇ ਜਿਹੜੇ ਸੀ ਉਹ ਪ੍ਰੈਜ਼ੀਡੈਂਟ ਸਨ, ਤੇ ਉਸ ਵੇਲੇ ਸੀ ਕਿ ਕਾਲਜ ਚੱਲਣਾ ਚਾਹੀਦਾ ਹੈ ਤੇ ਜਿਵੇਂ ਯੂਨੀਵਰਸਿਟੀ ਚਾਹੁੰਦੀ ਹੈ ਉਦੋਂ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰ ਦਿਓ ਤੇ ਜੋ ਰਿਕੁਆਇਰਮੈਂਟ ਹੈ ਉਸ ਵੇਲੇ ਜਦੋਂ ਅਸੀਂ ਇਨਸਿਸਟ ਵੀ ਕਰਦੇ ਹੁੰਦੇ ਸੀ ਕਿ ਜਿਹੜੀ ਹੈ ਉਹ ਕੰਪਿਊਟਰ ਲੈਬ ਔਰ ਦੂਜੀਆਂ ਸਾਰੀਆਂ ਜਿਹੜੀਆਂ ਨੇ ਕਲਾਸਰੂਮ, ਉਹਨਾਂ ਦੀ ਡਾਇਮੈਂਸ਼ਨ ਔਰ ਫੈਕਲਟੀ ਦੀ ਰਿਕਰੂਟਮੈਂਟ, ਉਹਦੇ ਵਿੱਚ ਕਿਸੇ ਕਿਸਮ ਦੀ ਇੰਟਰਫੇਰੈਂਸ ਮੈਂ ਨਹੀਂ ਸੀ ਦੇਖੀ ਔਰ ਇਸੇ ਕਰਕੇ ਉਸ ਵੇਲੇ ਉਹ ਕਾਲਜ ਜਿਹੜਾ ਸੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ ਲੀਡਿੰਗ ਕਾਲਜਾਂ ਚੋਂ ਮੈਨੇਜਮੈਂਟ ਦਾ ਬਣ ਗਿਆ। ਲੇਕਿਨ ਉਦੋਂ ਬਾਅਦ ਕਿਉਂਕਿ ਮੈਂ ਉਹ ਸ਼ੁਰੂ ਕੀਤਾ ਸੀ ਤਾਂ ਮੇਰੀ ਉਹਦੇ ਨਾਲ ਇੱਕ ਅਫੀਲੀਏਸ਼ਨ ਹੋਈ ਸੀ, ਤੇ ਬਾਅਦ ਜਦੋਂ ਮੈਂ ਵਾਈਸ ਚਾਂਸਲਰ ਬਣਿਆ ਤੇ ਦੇਖਿਆ ਤੇ ਉਹ ਸਿਸਟਮ ਜਿਹੜਾ ਸੀ ਹੌਲੀ ਹੌਲੀ ਡਿੱਗਣਾ ਸ਼ੁਰੂ ਹੋ ਗਿਆ ਤੇ ਹੁਣ ਮੈਨੂੰ ਇਸ ਵੇਲੇ ਕਾਫੀ ਕਹਿੰਦੇ ਨੇ ਮਾੜੀ ਹਾਲਤ ਵਿੱਚ ਜਿਹੜਾ ਉਹ ਚੱਲ ਰਿਹਾ ਵੀ ਕਿ ਨਹੀਂ ਚੱਲ ਰਿਹਾ, ਉਹ ਵੀ ਗੱਲ ਜਿਹੜੀ ਹੈ ਡਾਊਟਫੁਲ ਜਿਹੜੀ ਆਉਂਦੀ। ਸੋ ਇੱਕ ਗੱਲ ਤੇ ਹੁੰਦਾ ਹੈ ਕਿ ਜੇਕਰ ਜ਼ਰੂਰੀ ਨਹੀਂ ਕਿ ਐਜੂਕੇਸ਼ਨਿਸਟ ਜਿਹੜਾ ਹੈ ਉਹੀ ਜਿਹੜਾ ਜੇਕਰ ਮੈਨੇਜਿੰਗ ਕਮੇਟੀ 'ਚ ਹੋਵੇ ਜਾਂ ਉੱਥੇ ਜਿਹੜਾ ਤੁਹਾਡਾ ਹੋਵੇ ਇਲੈਕਟਡ ਜਿਹੜੇ ਰਿਪਰੈਜ਼ੈਂਟੇਟਿਵ ਹੋਣ, ਉਹਨਾਂ ਦਾ ਜਿਹੜੀ ਕਮਿਟਮੈਂਟ ਹੈ। ਸਾਡੇ ਪਹਿਲੇ ਬਜ਼ੁਰਗਾਂ ਨੇ ਜਦੋਂ ਕਾਲਜ ਸ਼ੁਰੂ ਕੀਤਾ ਸਾਨੂੰ ਐਜੂਕੇਸ਼ਨਿਸਟ ਨਹੀਂ ਸਨ, ਖਾਲਸਾ ਕਾਲਜ ਅੰਮ੍ਰਿਤਸਰ ਸ਼ੁਰੂ ਕੀਤਾ ਸੀ, ਗੁਜਰਾਂਵਾਲੇ ਦੇ ਵਿੱਚ ਗੁਰੂ ਨਾਨਕ ਕਾਲਜ ਸਨ, ਮੇਰੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੀ ਤੇ ਉਹ ਬਿਲਕੁਲ ਜਿਹੜੇ ਸਨ 10ਵੀਂ ਪਾਸ ਸਨ ਆਪਣੇ ਜ਼ਮਾਨੇ ਦੀ, ਲੇਕਿਨ ਉਹਨਾਂ ਦਾ ਇਹ ਸੀ ਕਿ ਲੋਕਾਂ ਨੂੰ ਜਿਹੜੇ ਐਜੂਕੇਸ਼ਨਿਸਟ ਨੇ ਉਹਨਾਂ ਨੂੰ ਨਾਲ ਇਨਵੋਲਵ ਕਰਕੇ ਅਸੀਂ ਚਲਾਉਣਾ। ਸੋ ਇਹ ਇਸ ਡਿਪੈਂਡ ਕਰੇਗਾ ਕਿ ਜਿਹੜਾ ਹੈ ਪ੍ਰਬੰਧਕੀ ਜਿਹੜਾ ਢਾਂਚਾ ਬਣਦਾ ਹੈ ਦਿੱਲੀ ਗੁਰਦੁਆਰਾ ਦਾ ਔਰ ਉਹ ਜਿਹੜੀ ਉਹਨੂੰ ਰਨ ਕਰਦੀ ਹੈ ਉਹਦੀ ਸੋਚ 'ਚ ਐਜੂਕੇਸ਼ਨਿਸਟ ਦੀ ਕਿੰਨੀ ਕੁ ਕੀਮਤ ਹੈ, ਤੇ ਜੋ ਐਜੂਕੇਸ਼ਨਿਸਟ ਨੂੰ ਅੱਗੇ ਲਾ ਕੇ ਉਹਦੀ ਓਪੀਨੀਅਨ ਨੂੰ ਸਭ ਕੁਝ ਮੰਨ ਕੇ ਚੱਲਣ ਤੇ ਜ਼ਰੂਰ ਕਾਲਜ ਜਿਹੜੇ ਨੇ ਇਹ ਕਾਲਜ ਕਿਉਂਕਿ ਬੇਸਿਕਲੀ ਸਾਰੇ ਠੀਕ ਨੇ, ਇਹਨਾਂ ਨੂੰ ਥੋੜੀ ਜਿਹੀ ਬੂਸਟ ਦੇਣ ਦੀ, ਥੋੜਾ ਜਿਹਾ ਇਨੀਸ਼ੀਏਟਿਵ ਦੇਣ ਦੀ ਔਰ ਇਹਨਾਂ ਕੋਲ ਕੰਮ ਲੈਣ ਦੀ ਜਿਹੜੀ ਹੈ ਉਹ ਇੱਕ ਸਮਰੱਥਾ ਜਿਹੜੀ ਹੈ ਉਹ ਜਿਹੜਾ ਚੇਅਰਮੈਨ ਲੋਕਲ ਕਮੇਟੀ ਹੁੰਦੀ ਹੈ ਉਹਦੀ ਹੁੰਦੀ ਹੈ, ਤੇ ਜੇ ਉਹਦੇ ਵਿੱਚ ਇੰਟਰਫੇਰੈਂਸ ਜਿਹੜੀ ਹੈ ਉਹ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜਾਂ ਸਕੱਤਰ ਦੀ ਜਾਂ ਦੂਜਿਆਂ ਦੀ ਹੋਣੀ ਸ਼ੁਰੂ ਹੋ ਜਾਏ ਜਾਂ ਮੈਂਬਰਾਂ ਦੀ ਸ਼ੁਰੂ ਹੋ ਜਾਏ ਤੇ ਫਿਰ ਨੁਕਸਾਨ ਹੁੰਦਾ ਹੈ। ਉਹ ਨੁਕਸਾਨ ਅੱਜ ਕੱਲ੍ਹ ਹੋ ਰਿਹਾ ਹੈ ਕਿਉਂਕਿ ਹਰ ਕੋਈ ਜਿਹੜਾ ਹੈ ਉਹ ਸੇਵਾ ਕਰਨ ਲਈ ਨਹੀਂ ਹੈ, ਚੌਧਰ ਲੈਣ ਲਈ ਜਿਹੜਾ ਉਹ ਪੋਜੀਸ਼ਨਾਂ ਵਿੱਚ ਆ ਰਿਹਾ ਔਰ ਉਹਦੇ ਵਿੱਚ ਉਹ ਸੇਵਾ ਦਾ ਜਿਹੜਾ ਭਾਵਨਾ ਖਤਮ ਹੋਣ ਕਰਕੇ ਨੁਕਸਾਨ ਜਿਹੜਾ ਉਹ ਦੇਖਿਆ ਜਾ ਸਕਦਾ। ਸੋ ਇਹ ਪਹਿਲੇ ਕਾਲਜਾਂ ਦੀ ਗੱਲ ਨੂੰ ਮੈਂ ਜਿਹੜਾ ਸਮ ਅਪ ਕਰਾਂ, ਤੁਸੀਂ ਮੈਨੂੰ ਜੋ ਗੱਲ ਸਮਝਾਈ ਹੈ ਜਿਤਨੀ ਮੇਰੀ ਹਲਬੁੱਧੀ ਸਮਝ ਸਕੀ ਹੈ। ਫਰਸਟ ਆਫ ਆਲ you need to have political commitment at the political level ਕਿਉਂਕਿ ਬੰਦੇ ਇਲੈਕਟਡ ਹੋ ਕੇ ਆ ਰਹੇ ਨੇ, ਡੈਫੀਨਿਟਲੀ ਪੋਲੀਟੀਕਲ ਰੋਲ ਹੈ ਉਹਨਾਂ ਦਾ। After that you need ਤੁਹਾਡਾ ਫੋਨ I'll repeat it so ਜਿਹੜੀ ਗੱਲ ਤੁਸੀਂ ਕਹੀ ਉਸ ਨੂੰ ਮੈਂ ਸਮ ਅਪ ਕਰਾਂ colleges ਦੇ level ਦੇ ਉੱਤੇ, first of all you have to have political commitment because those who are running the show are at the end of the day political people, so they have to have political commitment to uplift the standards of the college. Then comes their role there. ਉੱਥੇ ਫਿਰ ਆ ਜਾਂਦੀ ਹੈਗੀ ਕਿ they should give free hand, ਉੱਥੇ ਵੀ political detachment ਵੀ ਚਾਹੀਦੀ ਹੈਗੀ, ਇਹ ਨਾ ਹੋਵੇ ਕਿ ਪੂਰਾ ਦਾ ਪੂਰਾ interference ਹੋਣਾ ਸ਼ੁਰੂ ਹੋ ਜਾਏ। Then you give free hand to professionals. Role is of a different level. ਤੁਸੀਂ ਉੱਥੇ ਜਾ ਕੇ ਅਗਰ ਟੀਚਰਾਂ ਨੂੰ ਜਾਂ ਉੱਥੇ ਜਾ ਕੇ ਐਡਮਿਸ਼ਨਸ ਦੇ ਵਿੱਚ ਜਾ ਕੇ ਤੁਸੀਂ ਅਗਰ ਟੈਂਕਰ ਕਰੋਗੇ ਤੇ ਓਵਰਆਲ ਸਿਸਟਮ ਕੋਲੈਪਸ ਹੋਣ ਦੀ ਗੱਲ ਰਹਿੰਦੀ। ਹੁਣ ਆਪਾਂ ਆ ਜਾਂਦੇ ਹਾਂ ਡਾਕਟਰ ਸਾਹਿਬ ਸਕੂਲਾਂ ਤੇ ਵੀ ਅਗਰ ਆਪ ਦੇਖ ਲਈਏ ਤੇ ਹੁਣ ਸਕੂਲ ਤੇ ਬਿਲਕੁਲ ਅਸੀਂ ਹੁਣ ਮਾਈਨੋਰਿਟੀ ਲੈਵਲ ਤੇ ਗੱਲ ਕਰਾਂਗੇ। ਸੇਂਟ ਜ਼ੇਵੀਅਰਸ, ਲੋਰੈਟੋ ਕਨਵੈਂਟ, ਕਾਰਮਲ ਕਨਵੈਂਟ, ਕਿਆ ਬਾਤ ਹੈ ਵੀ ਉਹ ਕਿੱਧਰ ਦੇ ਕਿੱਧਰ ਪਹੁੰਚੇ ਹੋਏ ਨੇ। ਮੈਂ ਦਿੱਲੀ ਰਹਿੰਦਾ ਜੀ, ਮੀਡੀਆ 'ਚ ਹੋਣ ਕਾਰਨ ਸਾਡੇ ਕੋਲ ਕਈ ਲੋਕ ਆਉਂਦੇ ਨੇ ਔਰ ਸਲਾਹਾਂ ਵੀ ਲੈਂਦੇ ਨੇ ਕਿ ਤੁਸੀਂ ਇਹ ਦੱਸੋ ਕਿ ਕਿਹੜੇ ਸਕੂਲ ਪਾਈ, ਔਰ ਐਸਪੀਰੇਸ਼ਨਲ ਪੇਰੈਂਟਸ ਨੇ, ਬਹੁਤੇ ਧਨਾੜ ਵੀ ਨਹੀਂ ਹੈਗੇ, ਮਿਡਲ ਕਲਾਸ ਨੇ, ਉਹਨਾਂ ਦਾ ਹੁੰਦਾ ਕਿ ਮੇਰਾ ਬੱਚਾ ਜਿਹੜਾ ਹੈਗਾ ਉਹ ਇਹਨਾਂ ਸਕੂਲਾਂ ਵਿੱਚ ਜਾਏ। ਉਹ ਮੈਨੂੰ ਆ ਕੇ ਇਹ ਨਹੀਂ ਕਹਿੰਦੇ ਕਿ ਤੁਸੀਂ ਜ਼ਰਾ
ਉੱਥੇ ਫੋਨ ਕਰ ਦਿਓ ਤੇ ਉਹਨਾਂ ਨੂੰ ਕਹਿ ਦਿਓ ਤੇ ਉਹ ਗੱਲ ਵੱਖਰੀ, ਅਸੀਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ, ਲੇਕਿਨ ਉਹ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਨਾਂ ਅੱਜ ਨਹੀਂ ਲੈਂਦੇ। ਉਹਨਾਂ ਦੀ ਜਿਹੜੀ ਐਸਪੀਰੇਸ਼ਨ ਹੈ ਉਹ ਡਿਫਰੈਂਟ ਹੈ। ਇਸ ਦਾ ਕੀ ਕਾਰਨ? ਦੇਖੋ ਇਹਦੇ ਚ ਜਿਹੜੀ ਜਿਵੇਂ ਕਾਲਜਾਂ ਦੇ ਮੈਂ ਕਿਹਾ ਸੀ ਕਿ ਥੋੜੀ ਜਿਹੀ ਅਮੈਂਡਮੈਂਟ ਦੀ ਜਿਹੜੀ ਐਜੂਕੇਸ਼ਨ ਸਕੇ ਆ ਜਾਏ ਤਾਂ ਉਹਨੂੰ ਬਹੁਤ ਜਲਦੀ ਠੀਕ ਕਰ ਸਕਦਾ ਹੈ। ਸਕੂਲਾਂ 'ਚ ਉਹ ਗੱਲ ਜਿਹੜੀ ਹੈ ਉਹ ਨਹੀਂ ਹੈ। ਸਕੂਲਾਂ ਵਿੱਚ ਜਿਹੜੀ ਹੈ ਉਹ ਪਿਛਲੇ ਪੀਰੀਅਡ ਦੇ ਵਿੱਚ ਓਵਰ ਸਟਾਫਿੰਗ ਹੋਈ ਹੈ। ਬਟ ਇਹ ਤਾਂ ਜ਼ਿਆਦਾ ਘਾਤਕ ਹੈ ਡਾਕਟਰ ਸਾਹਿਬ। ਹਾਂਜੀ, ਇਹ ਬਹੁਤ ਘਾਤਕ। ਅਗਰ ਸਕੂਲਾਂ ਦੇ ਵਿੱਚ ਨਿਗਾਰ ਆ ਰਿਹਾ ਹੈ, ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਓਵਰ ਸਟਾਫਿੰਗ ਹੋਈ ਹੈ। ਔਰ ਓਵਰ ਸਟਾਫਿੰਗ ਦੇ ਵਿੱਚ ਸਿਫਾਰਸ਼ੀ ਲੋਕ ਜਿਹੜੇ ਨੇ ਉਹ ਜ਼ਿਆਦਾ ਜਿਹੜੇ ਨੇ ਉਹ ਭਰਤੀ ਹੋਏ ਨੇ, ਜਿਹੜੇ ਕਿ ਟੀਚਰਸ ਦੇ ਤੌਰ ਦੇ ਉੱਤੇ ਉਹਨਾਂ ਦੀ ਕਮਿਟਮੈਂਟ ਜਿਹੜੀ ਹੈ ਉਹ ਐਜੂਕੇਸ਼ਨਲ ਘੱਟ ਤੇ ਪੋਲੀਟੀਕਲ ਜਿਹੜੀ ਹੈ ਜੋੜ ਤੋੜ ਨਾਲ ਜਿਹੜੀ ਹੈ ਉਹ ਜ਼ਿਆਦਾ ਹੋਈ ਹੈ। ਔਰ ਉਹਨਾਂ ਦੀ ਵਰਕਿੰਗ ਦੇ ਵਿੱਚ ਜਿਹੜੇ ਸਕੂਲ ਦੇ ਪ੍ਰਿੰਸੀਪਲ ਵੀ ਨੇ ਉਹ ਵੀ ਇੰਟਰਫੇਅਰ ਨਹੀਂ ਕਰ ਸਕਦੇ, ਕਿਉਂਕਿ ਉਹ ਡਾਇਰੈਕਟਲੀ ਮੈਨੇਜਮੈਂਟ ਦੇ ਬੰਦਿਆਂ ਦੇ ਨਾਲ ਜਿਹੜੇ ਨੇ ਉਹ ਰਿਲੇਟਡ ਨੇ। ਔਰ ਇਨਫਰਾਸਟ੍ਰਕਚਰ, ਕਿਉਂਕਿ ਜਦੋਂ ਫਾਈਨੈਂਸ਼ੀਅਲ ਲਾਸ ਹੁੰਦਾ ਹੈ ਇਨਫਰਾਸਟ੍ਰਕਚਰ ਵੀ ਜਿਹੜਾ ਹੈ ਉਹ ਪਿੱਛੇ ਹੋ ਜਾਂਦਾ ਹੈ। ਜੇ ਅਸੀਂ ਕਹੀਏ ਕਿ ਹੁਣ ਅੱਜ ਦਾ ਜਿਹੜਾ ਜ਼ਮਾਨਾ ਜਿਹੜਾ ਹੈ ਉਹ ਸਮਾਰਟ ਸਕੂਲ ਦਾ ਹੈ, ਸਮਾਰਟ ਸਕੂਲ ਦੇ ਵਿੱਚ ਸਭ ਕੁਝ ਜਿਹੜਾ ਟੈਕਨੋਲੋਜੀ ਬੇਸ ਜਿਹੜਾ ਹੈ ਉਹ ਡਿਵੈਲਪ ਕਰਨ ਦਾ, ਔਰ A ਕਲਾਸ ਟੈਕਨੋਲੋਜੀਕਲੀ ਡਿਵੈਲਪ ਕਰਕੇ ਔਰ ਉਸ ਨੂੰ ਇਨਫਰਾਸਟ੍ਰਕਚਰ ਔਰ ਟੀਚਰਸ ਦੀ ਕਮਿਟਮੈਂਟ ਜਿਹੜੀ ਹੈ ਉਹ ਪ੍ਰੋਫੈਸ਼ਨਲ ਕਮਿਟਮੈਂਟ ਐਜ਼ ਐਨ ਐਕੈਡਮਿਸ਼ੀਅਨ ਜਿੰਨਾ ਚਿਰ ਨਹੀਂ ਹੁੰਦੀ ਉਨਾ ਚਿਰ ਨਹੀਂ। ਹੁਣ ਜਿਹੜੇ ਟੀਚਰ ਰਿਕਰੂਟ ਹੋ ਗਏ ਨੇ, ਉਹ ਟੀਚਰ ਜਿਹੜੇ ਨੇ ਉਹ ਰਿਕਰੂਟ ਜਿਹੜੇ ਹੋਏ ਨੇ ਉਹਨਾਂ ਨੂੰ ਤੁਸੀਂ ਕਿੰਨਾ ਕੁ ਬਦਲ ਕੇ ਉਹਨਾਂ ਨੇ ਮਤਲਬ ਜਿਹੜਾ ਤੁਸੀਂ ਕੰਮ ਉਹਨਾਂ ਕੋਲ ਜਿਹੜਾ ਉਹ ਲੈ ਸਕਦੇ ਹੋ। ਫਿਰ ਜਿਹੜਾ ਫਾਈਨੈਂਸ਼ੀਅਲ ਬਰਡਨ ਮਤਲਬ ਬੜਾ ਸਪਸ਼ਟ ਦੇ ਤੌਰ ਦੇ ਉੱਤੇ ਹੈ ਕਿ ਜਿੰਨਾ ਚਿਰ ਅਸੀਂ ਇਹ ਫਾਈਨੈਂਸ਼ੀਅਲ ਬਰਡਨ ਜਿਹੜਾ ਹੈ ਉਹਨੂੰ ਬੈਲੈਂਸ ਨਹੀਂ ਕਰ ਸਕਦੇ, ਉਹਨਾਂ ਚਿਰ ਜਿਹੜੀ ਟੀਚਰਸ ਦੇ ਵਿੱਚ ਵੀ ਕਮਿਟਮੈਂਟ ਜਿਹੜੀ ਹੈ ਔਰ ਇਨਫਰਾਸਟ੍ਰਕਚਰ ਡਿਵੈਲਪਮੈਂਟ ਔਰ ਸਕੂਲ ਨੂੰ ਜਿਹੜਾ ਟੈਕਨੋਲੋਜੀਕਲੀ ਡਿਵੈਲਪ ਕਰਨਾ ਉਹ ਜਿਹੜਾ ਹੈ ਉਹ ਪਿੱਛੇ ਪੈ ਜਾਂਦਾ ਹੈ। ਹੁਣ ਜਿਹੜਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਮੈਂ ਬਹੁਤ ਪੁਰਾਣੀ ਗੱਲ ਜਿਹੜੀ ਹੈ ਕਰਨਾ, ਤੇ ਇੰਡੀਆ ਗੇਟ ਦੇ ਸਕੂਲ ਦੀ ਜਿਹੜੀ ਹੈ ਉਹ ਸਿਫਾਰਿਸ਼ ਜਿਹੜੀ ਸੀ ਉਹ ਬਹੁਤ ਜ਼ਿਆਦਾ ਜਿਹੜੀ ਹੈ ਉਹ ਹੁੰਦੀ ਸੀ ਕਿਸੇ ਵੇਲੇ। ਔਰ ਉਸ ਤੋਂ ਬਾਅਦ ਵੱਖ-ਵੱਖ ਸਕੂਲਾਂ ਦਾ ਬਸੰਤ ਵਿਹਾਰ ਦੂਜਾ ਜਿਹੜਾ ਸੀ ਬੜੀ ਚਰਚਾ ਹੁੰਦੀ ਸੀ। ਤੁਸੀਂ ਜਿਹੜੀ ਗੱਲ ਕਹੀ ਹੈ ਉਸ ਵੇਲੇ ਸਿਫਾਰਿਸ਼ ਜਿਹੜੀ ਸੀ ਉਹ ਲੱਭੀ ਜਾਂਦੀ ਸੀ ਕਿ ਹਰਿਕ੍ਰਿਸ਼ਨ ਪਬਲਿਕ ਸਕੂਲ ਜਿਹੜੀ ਹੈ ਉਹ ਐਡਮਿਸ਼ਨ ਕਰਵਾਉਣੀ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ ਈਵਨ ਜਿਹੜੀ ਹੈ ਰਿਪਬਲਿਕ ਡੇ ਪਰੇਡ ਦੇ ਵਿੱਚ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਜਿਹੜਾ ਸੀ ਉਹ ਬੈਂਡ ਜਿਹੜਾ ਸੀ ਜਦੋਂ ਪਾਰਟਿਸਿਪੇਟ ਕਰਦਾ ਸੀ ਤੇ ਵਰਲਡ ਓਵਰ ਜਿਹੜੀ ਆ ਉਹਦੀ ਚਰਚਾ ਹੁੰਦੀ ਸੀ। ਐਮਪੀਆਂ ਦੀ ਸਿਫਾਰਿਸ਼ ਲੱਗਦੀ ਸੀ ਜੀ। ਹਾਂਜੀ, ਐਮਪੀਆਂ ਦੀ ਸਿਫਾਰਿਸ਼ ਲੱਗਦੀ ਸੀ। ਹਾਂਜੀ, ਮਤਲਬ ਸੋ ਉਹ ਜਿਹੜੇ ਮਾਰਕੀਟਿੰਗ ਦੇ ਤੌਰ ਤੇ ਵੀ ਤੁਸੀਂ ਕਹਿ ਲਓ ਤੇ ਉਹ ਜਿਹੜੇ ਪਬਲਿਸਿਟੀ ਸੀ ਤੇ ਸਕੂਲ ਦਾ ਜਿਹੜਾ ਸਟੈਂਡਰਡ ਸੀ, ਹੁਣ ਬੈਂਡ ਤਿਆਰ ਕਰਨ ਦੇ ਵਿੱਚ ਵੀ ਚੰਗਾ ਕੋਚ ਰੱਖਣਾ, ਉਹਨਾਂ ਨੂੰ ਤਿਆਰ ਕਰਨਾ, ਉਹਨਾਂ ਦੀ ਡਿਵੈਲਪਮੈਂਟ ਲਈ ਕਰਨਾ, ਸਾਰਾ ਕੁਝ ਇਨਵੋਲਵ ਸੀ। ਹੁਣ ਮਤਲਬ ਜਿਹੜਾ ਹੈ ਉਹ ਸਭ ਕੁਝ ਜਿਹੜਾ ਉਹ ਇਹ ਡਿਕਲਾਈਨ ਹੋ ਗਿਆ। ਔਰ ਉਹ ਡਿਕਲਾਈਨ ਹੋਣ ਨਾਲ ਇਹਨੂੰ ਠੀਕ ਲੀਹਾਂ ਤੇ ਚਲਾਉਣ ਲਈ ਜੇ ਅਸੀਂ ਵੇਖੀਏ ਤੇ ਟੀਚਰਸ ਦੀ ਰਿਪਲੇਸਮੈਂਟ ਤੇ ਨਹੀਂ ਹੋ ਸਕਦੀ ਹੁੰਦੀ, ਕਿਉਂਕਿ ਇੱਕ ਜਿਹੜੀ ਹੈ ਅਸੀਂ ਜਿਹੜੇ ਆ ਟ੍ਰੇਡ ਯੂਨੀਅਨ ਚ ਵੀ ਕਹਿ ਲਓ ਜਾਂ ਸਰਵਿਸ ਸਿਕਿਉਰਿਟੀ ਐਕਟ ਦੇ ਵਿੱਚ ਵੀ ਕਹਿ ਲਓ, ਲੇਕਿਨ ਉਹਨਾਂ ਟੀਚਰਸ ਨੂੰ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਕਿੰਨਾ ਕੁ ਤੁਸੀਂ ਇੰਪਰੂਵ ਕਰ ਸਕਦੇ ਹੋ। ਔਰ ਉਹਨਾਂ ਦੀ ਜਿਹੜੀ ਪੋਲੀਟੀਕਲ ਜਿਹੜੀ ਹੈ ਉਹ ਇਹ ਵੀ ਹੋ ਜਾਂਦਾ ਹੈ ਕਿ ਜੇਕਰ ਇੱਕ ਸਿਸਟਮ ਚ ਪੋਲੀਟੀਕਲ ਸਿਸਟਮ ਚ ਆਏ ਨੇ ਤੇ ਕੱਲ ਨੂੰ ਦੂਜੇ ਮੈਂਬਰ ਨੂੰ ਆਪਣਾ ਅਡਾਪਟ ਕਰਕੇ ਉਹਨੂੰ ਗਾਰਡੀਅਨ ਬਣਾ ਕੇ ਵਿੱਚ ਇੰਟਰਫੀਅਰ ਕਰਨ। ਸੋ ਇਹ ਜਿਹੜਾ ਇੱਕ ਵੱਡਾ ਕੰਮ ਹੋਏਗਾ ਕਿਸੇ ਵੀ ਨਵੀਂ ਜਿਹੜੀ ਕਮੇਟੀ ਆਉਂਦੀ ਹੈ ਕਿ ਸਕੂਲਾਂ ਨੂੰ ਠੀਕ ਕਰਨ ਲਈ ਹਰ ਸਕੂਲ ਦੇ ਵਿੱਚ ਜਿਹੜਾ ਮਤਲਬ ਨਾਰਮਲ ਜਿਹੜਾ ਸਿਸਟਮ ਹੈ ਕਿ 50% ਤੇ ਟੀਚਰ ਠੀਕ ਹੁੰਦੇ ਨੇ, ਲੇਕਿਨ ਉਹਨਾਂ ਕੋਲੋਂ ਕੰਮ ਲਿਆ ਜਾਏ ਤਾਂ ਕੰਮ ਲੈ ਲੈਂਦੇ ਨੇ। 20% ਸ਼ਰਕਰ ਹੁੰਦੇ ਨੇ, ਲੇਕਿਨ ਉਹਨਾਂ ਨੂੰ ਲੱਗੇ ਕਿ ਐਡਮਿਨਿਸਟ੍ਰੇਟਿਵ ਜਿਹੜਾ ਡੰਡਾ ਸੱਟ ਤੇ ਚੱਲ ਰਿਹਾ ਹੈ ਉਹ 20% ਵੀ ਜਿਹੜੇ ਨੂੰ ਕੋਪ ਵਿੱਚ ਕਰ ਲੈਂਦੇ ਕਰਕੇ ਅਖੀਰ ਤੇ 5-7% ਹੀ ਟੀਚਰ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਕੋਈ ਨਹੀਂ ਕਰ ਸਕਦੇ। ਉਹਨਾਂ ਨੂੰ ਕਿਵੇਂ ਡੀਲ ਕਰਨਾ ਹੈ ਇਹ ਇੱਕ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਕੰਮ ਹੋਏਗਾ ਜਿਹੜਾ ਉਹਨਾਂ ਨੂੰ ਠੀਕ ਕਰ ਦੇਗਾ। ਪਰ ਇਨਫਰਾਸਟ੍ਰਕਚਰ ਡਿਵੈਲਪਮੈਂਟ, ਐਕੈਡਮਿਕ ਇੰਪਰੂਵਮੈਂਟ ਔਰ ਉਸ ਦਾ ਜਿਹੜਾ ਉਹ ਐਕਟੀਵਿਟੀਜ਼ ਔਰ ਈਵਨ ਜਿਹੜੀ ਹੈ ਉਹ ਦਿੱਖ ਵੀ ਜਿਹੜੀ ਹੈ ਉਹ ਸੁਧਾਰਨੀ ਪਏਗੀ। ਔਰ ਟੀਚਰ ਜਿਹੜੇ ਨੇ ਜਿਹੜੇ ਨਹੀਂ ਕੱਢੇ ਜਾ ਸਕਦੇ ਤੇ ਅਦਰਵਾਈਜ਼ ਵੀ ਨਹੀਂ ਹੈ, ਉਹਨਾਂ ਨੂੰ ਫੈਕਲਟੀ ਡਿਵੈਲਪਮੈਂਟ ਵਿੱਚ ਭਾਵੇਂ ਲੈਂਗੁਏਜ ਟ੍ਰੇਨਿੰਗ ਹੋਵੇ ਭਾਵੇਂ ਟੈਕਨੋਲੋਜੀਕਲ ਟ੍ਰੇਨਿੰਗ ਹੋਵੇ, ਇਹ ਜਿਹੜੀਆਂ ਨੇ ਉਹ ਹਰਿਕ੍ਰਿਸ਼ਨ ਪਬਲਿਕ ਸਕੂਲ ਆਪਣੇ ਡਾਇਰੈਕਟੋਰੇਟ ਦੇ ਤੌਰ ਦੇ ਉੱਤੇ ਵੀ ਕਰ ਸਕਦਾ ਹੈ ਜਾਂ ਇਹਦੀਆਂ ਡਿਫਰੈਂਟ ਏਜੰਸੀਜ਼ ਜਿਹੜੀਆਂ ਨੇ ਹੁੰਦੀਆਂ ਨੇ ਜਿਹੜੀਆਂ ਇਹਨਾਂ ਦੇ 3 ਵੀਕਸ 4 ਵੀਕਸ ਜਾਂ ਵੋਕੇਸ਼ਨ ਦੇ ਵਿੱਚ 2 ਮੰਥ ਕੋਰਸਿਸ ਜਿਹੜੇ ਲਾ ਕੇ ਉਹਨਾਂ ਨੂੰ ਅਪਡੇਟ ਨੌਲੇਜ ਔਰ ਉਹਨਾਂ ਦੀ ਜਿਹੜੀ ਹੈ ਉਹ ਪਰਸਨੈਲਿਟੀ ਡਿਵੈਲਪਮੈਂਟ ਔਰ ਉਹਨਾਂ ਦੀ ਲੈਂਗੁਏਜ ਟ੍ਰੇਨਿੰਗ ਔਰ ਉਹ ਸਾਰਾ ਜਿਹੜਾ ਉਹਨੂੰ ਬਦਲਿਆ ਜਾ ਸਕਦਾ ਹੈ। ਲੇਕਿਨ ਉਹ ਸਾਰਾ ਕੁਝ ਕਰਨ ਲਈ ਜਿੱਥੇ ਕਮਿਟਮੈਂਟ ਦੀ ਲੋੜ ਹੋਏਗੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉੱਥੇ ਜਿਹੜੇ ਐਜੂਕੇਸ਼ਨ ਇਨਵੋਲਵ ਉਹ ਕਰਨਗੇ ਉਹਨਾਂ ਦਾ ਵਿਜ਼ਨ
ਔਰ ਉਹਨਾਂ ਦੀ ਆਪਣੀ ਕਮਿਟਮੈਂਟ ਔਰ ਉਹਨਾਂ ਦਾ ਕੀ ਮਤਲਬ ਜਿਹੜਾ ਐਜੂਕੇਸ਼ਨ ਪ੍ਰਤੀ ਜਿਹੜੀ ਹੈ ਕਿੰਨੀ ਕੁ ਪ੍ਰਤੀਬੱਧਤਾ ਹੈ, ਕਮਿਟਮੈਂਟ ਹੈ, ਇਹ ਸਾਰਾ ਕੁਝ ਉਹਦੇ ਜਿਹੜਾ ਉਹ ਜੁੜ ਕੇ ਚੱਲੇਗਾ। ਹੁਣ ਕੀ ਤੁਹਾਡੀ ਅਸੈਸਮੈਂਟ ਹੈ, ਹੁਣ ਕੀ ਚੱਲ ਰਿਹਾ ਜਿੱਥੋਂ ਤੱਕ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਗੱਲ ਆਉਂਦੀ? ਕੁਝ ਨਹੀਂ ਚੱਲ ਰਿਹਾ ਹੁਣ ਤੇ, ਬਗੈਰ ਇਸ ਗੱਲ ਤੋਂ ਕਿ ਟੀਚਰ ਆਉਂਦੇ ਨੇ, ਸੈਲਰੀ ਮਿਲਦੀ ਹੈ ਜਾਂ ਨਹੀਂ ਮਿਲਦੀ, ਉਹ ਵੀ ਇੱਕ ਆਪਣੇ ਆਪ, ਜੇ ਤੁਸੀਂ ਕਿਸੇ ਨੂੰ ਵੇਲੇ ਸੈਲਰੀ ਨਹੀਂ ਦੇ ਰਹੇ, ਤੁਹਾਡੇ ਕੋਲ ਕੋਈ ਮੋਰਲ ਰਾਈਟ ਨਹੀਂ, ਸਕੂਲ ਦੇ ਪ੍ਰਿੰਸੀਪਲ ਕੋਲ ਵੀ ਮੋਰਲ ਰਾਈਟ ਨਹੀਂ ਕਿ ਉਹਨੂੰ ਕੰਮ ਕਰਨ ਦੇ ਉੱਤੇ ਪ੍ਰੈਸ਼ਰ ਕਰਨ। ਮੈਂ ਇੱਥੇ ਐਗਜ਼ਾਮਪਲ ਦੇਣਾ, ਮੈਂ ਇਸ ਵੇਲੇ ਵੀ ਲੁਧਿਆਣਾ ਦੇ ਵਿੱਚ ਕੁਝ ਗਰੁੱਪ ਆਫ ਇੰਸਟੀਟਿਊਸ਼ਨ ਚ ਜਿਹੜੇ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤੇ ਨੇ, ਉਹਦੇ ਚ ਮੈਂ ਇਨਵੋਲਵ ਹਾਂ ਐਜ਼ ਏ ਚੇਅਰਮੈਨ ਆਫ ਦਾ ਕਾਉਂਸਲ। ਤੇ ਉਹਦੇ ਵਿੱਚ ਜਦੋਂ ਈਵਨ ਆਨਲਾਈਨ ਐਜੂਕੇਸ਼ਨ ਦੇ ਵਿੱਚ ਵੀ ਜੇ ਅਸੀਂ ਵੈਬੀਨਾਰ ਦੇ ਤੌਰ ਤੇ ਵੀ ਗੱਲ ਕਰੀਏ, ਤੇ ਸਾਡੀਆਂ 5 ਇੰਸਟੀਟਿਊਸ਼ਨ ਨੇ, ਸ਼ਾਇਦ ਕੋਈ ਦਿਨ ਹੋਵੇ ਜਿਸ ਦਿਨ ਵੈਬੀਨਾਰ ਜਿਹੜਾ ਨਹੀਂ ਹੋ ਰਿਹਾ, ਔਰ ਉਹ ਸਾਰੇ ਟੀਚਰ ਟੈਕਨੋਲੋਜੀਕਲੀ ਡਿਵੈਲਪ ਕਰਨ ਲਈ ਪਹਿਲਾਂ ਉਹਨੂੰ 7 ਡੇ ਵਰਕਸ਼ਾਪ ਦੇ ਵਿੱਚ ਟ੍ਰੇਨ ਕੀਤਾ ਗਿਆ, ਫਿਰ ਉਹ ਆਨਲਾਈਨ ਟੀਚਿੰਗ ਲਈ 7 ਡੇ ਵਰਕਸ਼ਾਪ ਦੇ ਜਿਹੜਾ ਟ੍ਰੇਨ ਕੀਤਾ ਗਿਆ। ਹੁਣ ਆਨਲਾਈਨ ਟੀਚਿੰਗ ਵੀ ਵੈਬੀਨਾਰ 'ਚ ਵੀ ਉਹ ਕੰਮ ਕਰ ਰਹੇ ਨੇ, ਔਰ ਬੜਾ ਵਧੀਆ ਕੰਮ ਕਰ ਰਹੇ ਨੇ। ਇਵੇਂ ਹੀ ਮਤਲਬ ਇਹ ਨਹੀਂ ਹੈਗਾ ਕਿ ਟੀਚਰ ਜਿਹੜੇ ਨੇ ਹੁਣ ਜਿਹੜੇ ਰੱਖੇ ਗਏ ਨੇ, ਬੇਸਿਕ ਕੁਆਲੀਫਿਕੇਸ਼ਨ ਤੇ ਉਹਨਾਂ ਦੀ ਹੋਏਗੀ, ਜਿਹੜੇ ਰੱਖੇ ਗਏ ਨੇ ਉਹਨਾਂ ਨੂੰ ਜਿਹੜਾ ਉਹ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਹੜਾ ਉਹ ਖਵਾਓ ਜਵਾਈਆਂ ਵਕਨ ਤੇ ਕੁੱਟੋ ਕਸਾਈਆਂ ਵਕਨ, ਕਿ ਉਹਨਾਂ ਨੂੰ ਚੰਗਾ এনवायरमेंट ਦਿਓ, ਟੀਚਰਸ ਨੂੰ ਚੰਗੀਆਂ ਉਹਨਾਂ ਨੂੰ ਸੈਲਰੀ ਦਿਓ, ਲੇਕਿਨ ਕੰਮ ਲੈਣ ਦੇ ਵਿੱਚ ਕਸਾਈਆਂ ਵਕਨ ਜਿਹੜਾ ਚੱਲੋ, ਤੇ ਉਹ ਸਹਿ ਵੀ ਜਾਂਦੇ ਨੇ ਜਦੋਂ ਉਹਨਾਂ ਨੂੰ ਬਾਕੀ ਫੈਸਿਲਿਟੀਜ਼ ਜਿਹੜੀਆਂ ਨੇ ਉਹ ਮਿਲਦੀਆਂ ਨੇ। ਸੋ ਉਹਦੇ ਲਈ ਇੱਕ ਹੱਥ 'ਚ ਜਿਹੜਾ ਉਹ ਸਟਿਕ ਹੋਣ ਦੀ ਲੋੜ ਹੈ, ਦੂਜੇ ਜਿਹੜਾ ਨੇ ਉਹ ਜ਼ਬਾਨ ਦੇ ਵਿੱਚ ਜਿਹੜਾ ਪਿਆਰ ਦੀ ਲੋੜ ਹੈ, ਉਹਦੇ ਕੰਬੀਨੇਸ਼ਨ 'ਚ ਜੇ ਚੱਲਾਂਗੇ ਤੇ ਉਹਨਾਂ ਨੂੰ ਰਿਅਲਾਈਜ਼ ਕਰਵਾਵਾਂਗੇ ਕਿ ਸਾਡੀ ਜਿਹੜੀ ਹੈ ਉਹ ਸਿੱਖ ਕੌਮ ਪ੍ਰਤੀ ਵੀ ਇੱਕ ਜਿਹੜੀ ਹੈ ਪ੍ਰਤੀਬੱਧਤਾ ਹੈ। ਉਸ ਪ੍ਰਤੀਬੱਧਤਾ ਨਾਲ ਅਸੀਂ ਅੱਗੇ ਕਿਵੇਂ ਚੱਲਣਾ, ਉਹ ਚੱਲੇਗੀ। ਉਹ ਪਿਛਲੇ ਸਾਲ ਦੇ ਵਿੱਚ ਖਤਮ ਹੋਈ ਸੀ, ਕਿਸੇ ਵੇਲੇ ਜਿਹੜੀ ਸੀ ਉਹ ਇਸ ਵਰਕਸ਼ਾਪ ਜਿਹੜੀਆਂ ਸਨ ਉਹ ਲੱਗਦੀਆਂ ਸਨ, ਲੇਕਿਨ ਉਹ ਵਰਕਸ਼ਾਪ ਜਿਹੜੀਆਂ ਨੇ ਉਹ ਵੀ ਬੰਦ ਨੇ। ਲੇਕਿਨ ਇਹ ਜ਼ਰੂਰ ਗੱਲ ਹੈ ਕਿ ਇੱਕ ਵਾਰੀ ਸਕੂਲ ਦਾ ਨਾਂ ਜਿਹੜਾ ਥੱਲੇ ਗਿਆ ਹੁੰਦਾ, ਉਹਨੂੰ ਉੱਪਰ ਚੁੱਕਣ ਲਈ ਕਾਫੀ ਲੰਬੀ ਜਿਹੜਾ ਟਾਈਮ ਵੀ ਲੱਗਦਾ ਹੈ, ਔਰ ਕਾਫੀ ਲੰਬਾ ਜਿਹੜਾ ਉਹ ਮਿਹਨਤ ਵੀ ਜਿਹੜੀ ਹੈ ਸ਼ਾਮਲ ਹੁੰਦੀ ਹੈ, ਤੇ ਫਿਰ ਹੀ ਉਹ ਸਕੂਲ ਸੁਧਾਰੇ ਜਾ ਸਕਦੇ ਨੇ। ਕਿਉਂਕਿ ਸਕੂਲਾਂ ਦਾ ਜਿਹੜੀ ਬਿਲਡਿੰਗ ਔਰ ਦੂਜਾ ਜਿਹੜਾ ਉਹ ਕਾਫੀ ਠੀਕ ਹੈ, ਮਤਲਬ ਕੋਈ ਇਹ ਨਹੀਂ ਕਿ ਮਤਲਬ ਜਿਹੜੀ ਪ੍ਰਾਈਮ ਲੋਕੇਸ਼ਨ ਤੇ ਬਿਲਡਿੰਗਸ ਹੈਗੀਆਂ ਨੇ, ਤਾਂ ਉਹ ਨਹੀਂ ਹੈ ਸਿਰਫ ਉਹਦੇ ਵਿੱਚ ਇੰਫਰਾਸਟ੍ਰਕਚਰ ਹੈਗਾ ਜੀ, ਜਿਹੜਾ ਕੌਨਫੀਡੈਂਸ ਬਿਲਡਿੰਗ ਹੈ ਔਰ ਐਜੂਕੇਸ਼ਨ ਸਟੈਂਡਰਡ ਦੇ ਵਿੱਚ, ਕਿਉਂਕਿ ਹੁਣ ਦਾ ਜ਼ਮਾਨੇ ਵਿੱਚ ਟੈਕਨੋਲੋਜੀਕਲ ਬੇਸਡ। ਮੈਂ ਉੱਥੇ ਹੀ ਆ ਰਿਹਾ ਸੀ ਡਾਕਟਰ ਸਾਹਿਬ, ਹਾਂਜੀ, ਮੈਂ ਤੁਹਾਡੇ ਕੋਲ ਇਹ ਜਿਹੜਾ ਸਵਾਲ ਹੁਣ ਕਰਨ ਲੱਗਾ, ਇੱਕ ਪਾਸੇ ਅੱਜ ਦੀ ਜਿਹੜੀ ਕੈਂਪੇਨ ਵੀ ਚੱਲਦੀ ਪਈ ਹੈਗੀ ਹੈ, ਤੇ ਇਨਕੰਬੈਂਟਸ ਨੇ ਜਿਹੜੇ ਬਾਦਲ ਦਲ ਦੇ ਨੇ, ਤੇ ਦੂਸਰੇ ਪਾਸੇ ਸਰਨਾ ਹੋ ਰਹੇ ਨੇ ਜਾਂ ਦੂਸਰੇ ਨੇ, ਤੇ ਜਿਹੜੇ ਇਨਕੰਬੈਂਟਸ ਨੇ ਉਹਨਾਂ ਦੀ ਜਦੋਂ ਅਸੀਂ ਕੈਂਪੇਨ ਦੇਖਦੇ ਹਾਂ ਤੇ ਉਸ ਵਿੱਚ ਗੱਲ ਆਉਂਦੀ ਹੈਗੀ ਹੈ ਕਰੋਨੇ ਦੇ ਟਾਈਮ, ਮਹਾਮਾਰੀ ਦੇ ਟਾਈਮ ਹੋਏ ਕੀਤੇ ਲੰਗਰ ਦੀ, ਕਿਸਾਨੀ ਅੰਦੋਲਨ ਦੇ ਦੌਰਾਨ ਕੀਤੇ ਗਏ ਸੇਵਾ ਦੀ, ਤੇ ਉਹਨਾਂ ਦੀ ਪੈਰਵੀ ਦੀ ਜਿਨ੍ਹਾਂ ਦੀ ਕੈਦ ਹੋਈ। ਫਿਰ ਜਦੋਂ ਦੂਸਰੇ ਪਾਸੇ ਦੇਖਦੇ ਹਾਂ ਉਹ ਨਿਜ਼ਾਮ ਦੇ ਉੱਤੇ ਮੁੱਦੇ ਚੁੱਕ ਰਹੇ ਨੇ ਤੇ ਐਜੂਕੇਸ਼ਨ ਦੀ ਵੀ ਗੱਲ ਕਰ ਰਹੇ ਨੇ। ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ, ਕਿਧਰੇ ਆਪਾਂ ਜਦੋਂ ਗੱਲ ਹਿਊਮੈਨਿਟੇਰੀਅਨ ਇਸ਼ੂਜ਼ ਦੀ ਕਰਦੇ ਹਾਂ, ਕਿਧਰੇ ਨਾ ਕਿਧਰੇ ਇਤਨੇ ਕਿ ਹਿਊਮੈਨਿਟੇਰੀਅਨ ਇਸ਼ੂਜ਼ ਦੀ ਗੱਲ ਤੇ ਆਪਾਂ ਕਰ ਰਹੇ ਹਾਂ, ਬੜੀ ਚੰਗੀ ਗੱਲ ਹੈ, ਬਹੁਤ ਵਧੀਆ ਗੱਲ ਹੈਗੀ, ਕੌਮ ਦਾ ਬੜਾ ਨਾਂ ਹੁੰਦਾ ਹੈਗਾ ਔਰ ਹੋਇਆ ਵੀ ਹੈ। ਔਰ ਮੈਂ ਬਲਕਿ ਪ੍ਰਧਾਨ ਹੋਰਾਂ ਨੂੰ ਜਦੋਂ ਉਹਨਾਂ ਨੇ ਡਾਇਲਿਸਿਸ ਸੈਂਟਰ ਖੋਲਿਆ ਤੇ ਮੈਂ ਉਹਨਾਂ ਨੂੰ ਉਹਦੇ ਸ਼ਲਾਘਾ ਵੀ ਕੀਤੀ, ਮੈਂ ਕਿਹਾ ਤੁਸੀਂ ਬਹੁਤ ਵਧੀਆ ਕੀਤਾ। ਲੇਕਿਨ ਮੈਨੂੰ ਇਹ ਜਾਪਦਾ ਜਦੋਂ ਇਲੈਕਸ਼ਨ ਦੀ ਗੱਲ ਆਉਂਦੀ ਹੈਗੀ ਹੈ, ਸੰਗਤ ਜਿਹਨੂੰ ਅਸੀਂ ਵੋਟਰਾਂ ਨੂੰ ਸੰਗਤ ਕਹਿੰਦੇ ਹਾਂ, ਉਹਨਾਂ ਨੂੰ ਚੁਣਨਾ ਹੈ, ਤੇ ਉਧਰ ਹਿਊਮਨ ਕੈਪੀਟਲ ਦੀ ਗੱਲ ਕਿਧਰੇ ਅਲੋਪ ਹੋ ਜਾਂਦੀ ਹੈ, ਔਰ ਹਿਊਮਨ ਕੈਪੀਟਲ ਬਣਦਾ ਐਜੂਕੇਸ਼ਨ ਨਾਲ। ਇਹ ਸ਼ਾਇਦ ਤੁਸੀਂ ਮੇਰੇ ਨਾਲ ਇਸ ਗੱਲ ਤੇ ਇਤਫਾਕ ਰੱਖੋਗੇ। ਜਿਹੜਾ ਤੁਸੀਂ ਪਰਸਪੈਕਟਿਵ ਲਿਆ ਨਾ ਜੀ, ਇਹ ਆਪਣੇ ਆਪ ਵਿੱਚ ਸਿੱਖ ਕੌਮ ਲਈ ਜਿਹੜਾ ਕਾਫੀ ਜ਼ਿਆਦਾ ਉਦਾਸੀ ਵਾਲੀ ਗੱਲ ਹੈ, ਔਰ ਕੁਝ ਹੱਦ ਤੱਕ ਗੁੱਸੇ ਵਾਲੀ ਵੀ ਗੱਲ ਹੈ ਕਿ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੂਲ ਆਧਾਰ ਜਿਹੜੇ ਨੇ ਉਹਨੂੰ ਅਸੀਂ ਭੁੱਲ ਕੇ ਪੈਰੀਫਲ ਗੱਲਾਂ ਜਿਹੜੀ ਹੈ ਉਹ ਬਣੇ ਹੋਏ ਆ। ਮੂਲ ਆਧਾਰ ਇੱਕ ਪਾਸੇ ਸਿੱਖੀ ਦਾ ਪ੍ਰਚਾਰ ਹੈ, ਔਰ ਦੂਜੇ ਪਾਸੇ ਜਿਹੜੀ ਹੈ ਉਹ ਸਿੱਖੀ ਨੂੰ ਬੱਚਿਆਂ ਨੂੰ ਜਿੱਥੇ ਜੋੜਨਾ ਹੈ, ਉੱਥੇ ਸਿੱਖੀ ਵਾਲੇ ਬੱਚਿਆਂ ਨੂੰ ਸਮਰੱਥਾਵਾਨ ਬਣਾਉਣਾ ਹੈ ਕਿ ਉਹ ਜ਼ਿੰਦਗੀ ਦੇ ਵਿੱਚ, ਔਰ ਉਹ ਸਾਡਾ ਜਿਹੜਾ ਬੇਸਿਕਲੀ ਸਰਮਾਇਆ ਹੈ। ਉਹ ਸਰਮਾਇਆ ਜਿਹੜਾ ਹੈ ਜੇਕਰ ਅਸੀਂ ਨਹੀਂ ਸੰਭਾਲਦੇ ਤੇ ਇਹ ਨਿਰੀ ਗੱਲ ਜਿਹੜੀ ਹੈ, ਭਾਵੇਂ ਡਾਇਲਿਸਿਸ ਵਾਲਾ ਸੈਂਟਰ ਤੁਸੀਂ ਖੋਲ ਕੇ ਭਾਵੇਂ ਸਾਰਿਆਂ ਲਈ ਫ੍ਰੀ ਕਰ ਦਿਓ, ਦੂਜਾ ਕਰ ਦਿਓ, ਇਹ ਕੰਮ ਜਿਹੜਾ ਹੈ ਇਹ ਚੰਗੀ ਗੱਲ ਹੈ। ਲੇਕਿਨ ਸਭ ਤੋਂ ਪਹਿਲਾਂ ਇਹ ਹੈ ਕਿ ਅਸੀਂ ਨਾ ਤੇ ਪ੍ਰਚਾਰ ਬਾਰੇ ਗੱਲ ਕਰ ਰਹੇ ਹਾਂ, ਨਾ ਅਸੀਂ ਸਿੱਖੀ ਦੇ ਪ੍ਰਤੀ ਜਿਹੜੀ ਹੈ ਕੋਈ ਕਮਿਟਮੈਂਟ ਦੀ ਗੱਲ ਕਰ ਰਹੇ ਹਾਂ। ਨਿਰਾ ਸੋਨਾ ਚੜਾਉਣਾ ਤੇ ਜਿਹੜਾ ਮਾਰਬਲ ਲਾਣਾ, ਉਹ ਜਿਹੜਾ ਉਹ ਸਿੱਖੀ ਦਾ ਪ੍ਰਚਾਰ ਨਹੀਂ ਹੈ। ਇਹ ਠੀਕ ਹੈ, ਆਏ ਗਏ ਲਈ ਬੜਾ ਵਧੀਆ ਇੰਪ੍ਰੈਸਿਵ ਵੀ ਲੱਗਦਾ ਹੈ, ਲੰਗਰ ਵੀ ਜਿਹੜਾ ਬੜੀ ਵਧੀਆ ਗੱਲ ਹੈ, ਪਰ ਲੰਗਰ ਜਿਹੜਾ ਹੈ ਸਾਦਾ ਵੀ ਹੋ ਸਕਦਾ ਹੈ।
ਲੰਗਰ ਪੰਗਤ ਜਿਹੜਾ ਹੈ, ਪੰਗਤ ਜਿਹੜੀ ਹੈ ਵਾਸਤੇ ਉਹਦੇ ਲਈ ਜਗ੍ਹਾ ਜਿਹੜੀ ਹੈ 에ਅਰ ਕੰਡੀਸ਼ਨ ਹਾਲ ਨਹੀਂ ਵੀ ਹੁੰਦਾ ਤਾਂ ਵੀ ਹੋ ਸਕਦਾ ਹੈ। ਔਰ ਲੰਗਰ ਐਜੂਕੇਸ਼ਨ ਦਾ ਵੀ ਹੋ ਸਕਦਾ ਹੈ। ਦੇਖੋ ਇੱਕ ਮਿੰਟ, ਲੰਗਰ ਐਜੂਕੇਸ਼ਨ ਦਾ ਵੀ ਹੋ ਸਕਦਾ ਹੈ। ਅਸੀਂ ਜਿਹੜਾ ਇਹ ਸਮਝਦੇ ਹਾਂ ਕਿ ਜੇ ਤੁਸੀਂ 2 ਐਗਜ਼ਾਮਪਲਸ ਲਵੋ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਸੀ ਉਹ ਕਹਿੰਦੇ ਸੀ ਸਭ ਤੋਂ ਵਧੀਆ ਐਜੂਕੇਸ਼ਨ ਸਿਸਟਮ ਮਹਾਰਾਜਾ ਰਣਜੀਤ ਸਿੰਘ ਨੇ ਸੀ, ਕਿ ਉਹਨੇ ਇੱਕ ਗੱਲ ਕੰਡੀਸ਼ਨ ਲਾਈ ਸੀ ਕਿ ਜਿਸ ਵੀ ਪਰਮਿਸ਼ਨ ਕਿਸੇ ਨੇ ਮੰਨੀ ਹੈ ਮੰਦਿਰ ਬਣਾਉਣ ਦੀ, ਗੁਰਦੁਆਰਾ ਬਣਾਉਣ ਦੀ, ਮਸਜਿਦ ਬਣਾਉਣ ਦੀ, ਤੇ ਉਹਨੂੰ ਨਾਲ ਸਕੂਲ ਜਿਹੜਾ ਉਹ ਖੋਲਣਾ ਪਏਗਾ, ਐਜੂਕੇਸ਼ਨ ਦੀ ਫੈਸਿਲਿਟੀਜ਼ ਬਣਨਾ। ਔਰ ਅੰਗਰੇਜ਼ਾਂ ਦੇ ਜਿਹੜੀ ਹੈ ਉਹ ਜਿਹੜਾ ਐਡਮਿਨਿਸਟ੍ਰੇਟਰ ਆਇਆ ਸੀ ਉਹ ਕਹਿੰਦਾ ਸੀ ਕਿ ਇਹਨਾਂ ਨੂੰ ਜਿਹੜਾ ਸਿੱਖ ਕੌਮ ਨੂੰ ਜਿਹੜਾ ਉਹ ਹਿਲਾਇਆ ਨਹੀਂ ਜਾ ਸਕਦਾ, ਕਿਉਂਕਿ ਇਹ 100% ਜਿਹੜੀ ਹੈ ਉਹ ਐਜੂਕੇਟਡ ਕਲਾਸ ਹੈ। ਉਸ ਜ਼ਮਾਨੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਜਦੋਂ ਬ੍ਰਿਟਿਸ਼ ਆਏ ਨੇ ਉਦੋਂ ਉਹਨਾਂ ਦੀ ਜਿਹੜੀ ਸੀ ਰੀਡਿੰਗ ਸੀ, ਤੇ ਉਹਨਾਂ ਦੀ ਰੀਡਿੰਗ ਸੀ ਕਿ 50 ਸਾਲ ਅਜੇ ਲੱਗਣਗੇ ਜੇ ਇਹਨਾਂ ਨੂੰ ਅਸੀਂ ਕੰਟਰੋਲ ਕਰਨਾ। ਤੇ ਫਿਰ ਉਹਦੇ ਵਿੱਚ ਫੈਸਲਾ ਸੀ ਕਿ ਐਜੂਕੇਸ਼ਨ ਸਿਸਟਮ ਜਿਹੜਾ ਹੈ ਇਹ ਟਾਓ ਜਿਹੜਾ ਰਣਜੀਤ ਸਿੰਘ ਨੇ ਗੁਰਦੁਆਰੇ ਮੰਦਿਰ ਨਾਲ ਕੀਤਾ, ਉਹਦੀ ਥਾਂ ਦੇ ਉੱਤੇ ਫਿਰ ਵੱਖਰਾ ਜਿਹੜਾ ਉਹ ਸਿਸਟਮ ਜਿਹੜਾ ਸ਼ੁਰੂ ਹੋਇਆ ਜਿਹਨੂੰ ਅਸੀਂ ਵੈਸਟਰਨ ਐਜੂਕੇਸ਼ਨ ਜਾਂ ਬ੍ਰਿਟਿਸ਼ ਸਿਸਟਮ ਕਹਿੰਦੇ ਆ। ਤੇ ਉਹਦੇ ਚ ਹੌਲੀ ਹੌਲੀ ਜਿਹੜੀ ਸੀ ਉਹ ਇਹ ਜਿਹੜਾ ਸੀ ਇਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਆਧਾਰ ਸੀ ਉਹ ਖਤਮ ਹੋਇਆ। ਹੁਣ ਉਹਦੇ ਆਧਾਰ ਦੇ ਨਾਲ ਉਹਨਾਂ ਨੇ ਇੱਕ ਪਾਸੇ ਤੇ ਕਲਰਕ ਬਣਾਉਣ ਦੀ ਗੱਲ ਸ਼ੁਰੂ ਕਰਤੀ, ਦੂਜੇ ਪਾਸੇ ਨੈਤਿਕ ਕਦਰਾਂ ਕੀਮਤਾਂ ਖਤਮ ਕਰਤੀਆਂ, ਤੀਜੇ ਪਾਸੇ ਜਿਹੜਾ ਸੀ ਉਹ ਧਰਮ ਦਾ ਜਿਹੜਾ ਪ੍ਰਚਾਰ ਸੀ ਉਸ ਨੂੰ ਖਤਮ ਕਰਤਾ। ਔਰ ਹੌਲੀ ਹੌਲੀ ਸਾਨੂੰ ਉਸ ਸਥਾਨ ਉੱਤੇ ਲੈਂਦਾ ਕਿ ਅਸੀਂ ਬਾਕੀਆਂ ਵਰਗੇ ਹੋ ਗਏ, ਤੇ ਉਹ ਗੱਲ ਜਿਹੜੀ ਹੈ ਸਾਡੀ ਜਿਹੜੀ ਹੈ ਉਹ ਪ੍ਰਭਾਵਸ਼ਾਲੀ ਹੈ। ਹੁਣ ਵੀ ਅਸੀਂ ਇਹ ਗੱਲ ਕਰਨੇ ਹਾਂ, ਇੱਕ ਮਿੰਟ, ਹੁਣ ਵੀ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਅਸੀਂ ਲੰਗਰ ਕਿੰਨਾ ਵਧੀਆ ਚਲਾਇਆ, ਔਰ ਅਸੀਂ NDTV ਦੇ ਉੱਤੇ ਪ੍ਰਚਾਰ ਕਰਕੇ ਪੈਸੇ ਕਿਵੇਂ ਇਕੱਠੇ ਕੀਤੇ ਨੇ। ਅਸੀਂ ਜਿਹੜਾ ਉਹ ਡਾਇਲਸਿਸ ਸੈਂਟਰ ਬਣਾਇਆ, ਅਸੀਂ ਜਿਹੜਾ ਉਹ, ਲੇਕਿਨ ਮਤਲਬ ਮੈਨੂੰ ਬੜਾ ਕਲੀਅਰ ਦੀ ਗੱਲ ਹੈ ਕਿ ਡਾਇਲਸਿਸ ਸੈਂਟਰ ਬਣਾਇਆ ਇਦੂ ਤੇ ਜੇਕਰ ਤੁਸੀਂ ਸਾਰੇ ਸਿੱਖ ਪਰਿਵਾਰਾਂ ਨੂੰ ਫ੍ਰੀ ਮੈਡੀਕਲ ਦੀ ਜਿਹੜੀ ਹੈ ਪ੍ਰੋਵੀਜ਼ਨ ਕਰੋ A ਕਲਾਸ ਦੀ, ਤੇ ਬਾਕੀਆਂ ਕੋਲ ਥੋੜੇ ਜਿਹੇ ਪੈਸੇ ਲੈ ਵੀ ਲਵੋ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈ। ਜੇ ਮੈਂ ਅਫੋਰਡ ਕਰਨਾ ਤਾਂ ਮੈਂ ਦੇ ਵੀ ਦਿਆਂਗਾ, ਮੈਂ ਤਾਂ ਸੇਵਾ 'ਚ ਦੇ ਦਿਆਂਗਾ, ਲੇਕਿਨ ਜਦੋਂ ਤੁਸੀਂ ਆਮ ਲੋਕਾਂ ਨੂੰ ਖੋਲ ਰਹੇ ਹੋ ਔਰ ਕਿਸ ਕਾਸਟ ਤੇ ਖੋਲ ਰਹੇ ਹੋ ਕਿ ਤੁਸੀਂ ਸਕੂਲਾਂ ਲਈ, ਕਾਲਜਾਂ ਲਈ ਨਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਰਹੇ ਹੋ, ਨਾ ਟੈਕਨੋਲੋਜੀਕਲ ਡਿਵੈਲਪਮੈਂਟ ਲਈ ਗੱਲ ਕਰ ਰਹੇ ਹੋ, ਨਾ ਜਿਹੜਾ ਉਸ ਤਨਖਾਹਾਂ ਜਿਹੜੀਆਂ ਨੇ ਦੇ ਰਹੇ ਹੋ, ਨਾ ਪ੍ਰੋਵੀਡੈਂਟ ਫੰਡ ਉਹਨਾਂ ਨੂੰ ਦੇ ਰਹੇ ਹੋ, ਨਾ ਲੀਵ ਐਨਕੈਸ਼ਮੈਂਟ ਦੇ ਰਹੇ ਹੋ, ਰਿਟਾਇਰਮੈਂਟ ਬੈਨੀਫਿਟ ਨਹੀਂ ਦੇ ਰਹੇ। ਜੇਕਰ ਇਹ ਕੁਝ ਨਹੀਂ ਕਰ ਰਹੇ ਤੇ ਇਹਦਾ ਮਤਲਬ ਸੀ ਐਜੂਕੇਸ਼ਨ ਦਾ ਢਾਂਚਾ ਕਿਸ ਗੱਲ ਲਈ ਖਰਾਬ ਕਰਤਾ ਹੈ ਤੇ ਕਿਉਂ ਕਰ ਰਹੇ ਹਾਂ, ਇਹ ਆਪਣੇ ਆਪ 'ਚ ਕੁਐਸਚਨ ਮਾਰਕ ਹੈ ਕਿ ਜੇਕਰ ਸਿੱਖ ਕੌਮ ਦੀ ਸੇਵਾ ਕਰਨੀ ਹੈ ਉਹਨੂੰ ਅਜਿਹੀ ਐਜੂਕੇਸ਼ਨ ਦਿਓ ਕਿ ਐਮਪਲਾਇਬਿਲਿਟੀ ਉਹਨਾਂ ਦੀ ਬਣੇ, ਔਰ ਇੱਕ ਚੰਗੇ ਸਾਇੰਟਿਸਟ, ਚੰਗੇ ਇੰਜੀਨੀਅਰ, ਚੰਗੇ ਹਿਊਮਨ ਬੀਇੰਗ ਔਰ ਚੰਗੇ ਜਿਹੜੇ ਨੇ ਆਧਾਰ ਵਾਲੇ ਜਿਹੜੇ ਬਣਨ। ਉਹ ਗੱਲ ਜਿਹੜੀ ਹੈ ਇਹ ਜਿਹੜਾ ਹੈ ਮੈਂ ਜੇ ਬਹੁਤ ਸਪਸ਼ਟ ਦੀ ਗੱਲ ਕਹਾਂ ਤੇ ਸਿਰਸਾ ਜੁੜੀ ਤੇ ਇਹ ਗੱਲ ਕਰ ਰਹੇ ਨੇ ਕਿ ਜਿਹੜੀਆਂ ਮੈਂ ਕਰਪਸ਼ਨ ਕੀਤੀਆਂ ਨੇ, ਜਿਹੜੀਆਂ ਹੇਰਾਫੇਰੀਆਂ ਕੀਤੀਆਂ ਨੇ, ਉਸ ਗੱਲ ਨੂੰ ਲੁਕਾਉਣ ਲਈ ਇਹ ਵੱਖਰੀਆਂ ਜਿਹੜੀਆਂ ਨੇ ਉਹ ਸ਼ੋਸ਼ਾਗਰੀ ਸਿੱਖ ਕੌਮ ਦੇ ਭਵਿੱਖ ਦੀ ਕਾਸਟ ਉੱਤੇ ਕਰ ਰਹੇ ਨੇ। ਮੇਰੇ ਹਿਸਾਬ ਨਾਲ ਕਰਪਸ਼ਨ ਦੀ ਐਲੀਗੇਸ਼ਨਸ ਨੂੰ, ਹਾਂਜੀ, ਉਹ ਡਿਨਾਈ ਕਰਦੇ ਨੇ ਕਰਪਸ਼ਨ ਦੀ ਐਲੀਗੇਸ਼ਨਸ ਨੂੰ। ਨਹੀਂ, ਉਹ ਐਲੀਗੇਸ਼ਨ ਨਹੀਂ ਹੈ, ਲੇਕਿਨ ਉਹ ਐਲੀਗੇਸ਼ਨ ਨੂੰ ਖਤਮ ਕਰਨ ਲਈ ਕਿ ਲੋਕਾਂ ਨੂੰ ਪਰਦਾ ਪਾਉਣ ਲਈ ਡਾਇਵਰਸ਼ਨ ਜਿਹੜੀ ਦੇ ਰਹੇ ਨੇ ਕਿ ਗੁਰਦੁਆਰੇ ਦਾ ਪ੍ਰਬੰਧ ਦਾ ਸੁਧਾਰ ਕਿੰਨਾ ਕੁ ਹੈ, ਕੀ ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਕੀ ਜਿਹੜਾ ਉਹ ਕੀਤਾ ਹੈ। ਇਹ ਗੱਲਾਂ ਕਰਨ ਦੀ ਬਜਾਏ ਉਹ ਕਰਨਗੇ ਡਾਇਲਿਸਿਸ ਦੀ, ਉਹ ਗੱਲ ਕਰਨਗੇ MRI ਦੀ, ਉਹ ਗੱਲ ਕਰਨਗੇ ਜ਼ਮਾਨਤਾਂ ਦਿਵਾਉਣ ਦੀ, ਉਹ ਗੱਲ ਕਰਨਗੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਆ ਉਹ ਸਪੋਰਟ ਕਰਨ ਦੀ। ਇਸ ਵੇਲੇ ਲੋੜ ਜਿਹੜੀ ਆ ਸਿੱਖ ਕੌਮ, ਭਾਵੇਂ ਉਹ ਪੰਜਾਬ ਹੈ, ਭਾਵੇਂ ਹਰਿਆਣਾ ਹੈ, ਤੇ ਭਾਵੇਂ ਦਿੱਲੀ ਹੈ ਜਾਂ ਰੈਸਟ ਆਫ ਇੰਡੀਆ ਹੈ, ਕਿ ਤੁਸੀਂ ਆਪਣੀ ਕੌਮ ਨੂੰ ਜਿਹੜਾ ਉਹ ਕਿਵੇਂ ਸੰਭਾਲਦੇ ਹੋ। ਸਿੱਖ ਬੱਚਿਆਂ ਦੇ ਵਿੱਚ ਸਿੱਖੀ ਦਾ ਇੱਕ ਪਾਸੇ ਪ੍ਰਚਾਰ, ਕਮਿਟਮੈਂਟ, ਜੇ ਅਸੀਂ ਅੱਜ ਸਿੱਖ ਹਾਂ ਇਸ ਕਰਕੇ ਕਿ ਬਚਪਨ ਦੇ ਵਿੱਚ ਸਾਨੂੰ ਜਿਹੜਾ ਹੈ ਉਹ ਜਿਹੜੀ ਸਿੱਖਿਆ ਮਿਲੀ ਸੀ, ਸਿੱਖ ਧਰਮ ਬਾਰੇ ਜਿਹੜੀ ਜਾਣਕਾਰੀ ਮਿਲੀ ਸੀ, ਤੇ ਜਿਹੜੀ ਅਸੀਂ ਉਹ ਸੀ ਕਮਿਟਮੈਂਟ ਜਿਹੜੀ ਅੱਜ ਤੱਕ ਨਿਭਾ ਰਹੇ ਹਾਂ, ਉਹ ਜਿਹੜੀ ਹੈ ਉਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਬੱਚਿਆਂ ਨੂੰ ਉਸ ਗੱਲ ਲਈ ਤਿਆਰ ਕਰੀਏ, ਸਿੱਖ ਇੰਸਟੀਟਿਊਸ਼ਨ ਬਣਾਈਏ, ਸਿੱਖੀ ਦੇ ਨਾਲ ਜੋੜੀਏ, ਨਾਲ ਉਹਨਾਂ ਨੂੰ ਇੱਕ ਵਧੀਆ ਹਿਊਮਨ ਬੀਇੰਗ ਬਣਾ ਕੇ ਇੱਕ ਵਧੀਆ ਜਿਹੜਾ ਪ੍ਰੋਫੈਸ਼ਨਲ ਬਣਾਉਣ ਲਈ ਗਰਾਊਂਡ ਤਿਆਰ ਕਰੀਏ। ਇਹ ਸਕੂਲ 'ਚ ਸਭ ਤੋਂ ਇੰਪੋਰਟੈਂਟ ਹੁੰਦਾ ਹੈ, ਔਰ ਉਸ ਤੋਂ ਬਾਅਦ ਜਿਹੜਾ ਉਹ ਕਾਲਜਾਂ 'ਚ ਆਉਂਦਾ ਹੈ। ਜੇ ਅਸੀਂ ਇਸ ਨੂੰ ਇੰਟਰਨੈਸ਼ਨਲੀ ਗਲੋਬਲ ਵੀ ਚੱਲਣਾ ਹੈ ਤੇ ਫॉर ਐਗਜ਼ਾਮਪਲ ਮੈਨੂੰ ਬੜਾ ਕਲੀਅਰ ਲੱਗਦਾ ਜੇ ਮੈਨੂੰ ਕੋਈ ਪੁੱਛੇ ਤੇ ਇਹ ਸਕੂਲ ਸਮਰੱਥ ਨੇ ਕਿ ਅਸੀਂ ਇਹਨਾਂ ਨੂੰ ਕੈਨੇਡੀਅਨ ਗਵਰਨਮੈਂਟ ਦੇ ਸਕੂਲ ਖੋਲ੍ਹਣ ਦੀ ਪਰਮਿਸ਼ਨ ਹੈ। ਜੇ ਤੁਸੀਂ ਇੰਡੀਆ 'ਚ ਵੀ ਖੋਲ੍ਹਣਾ ਚਾਹੁੰਦੇ ਹੋ ਤੇ ਉਹ ਸਕੂਲ ਹੀ ਉਹਨਾਂ ਦੇ ਜਿਹੜੇ ਨੇ ਇੱਥੇ ਖੋਲ੍ਹੇ ਜਾ ਸਕਦੇ ਨੇ, ਔਰ ਉਹ 'ਚ ਸਿੱਖ ਬੱਚਿਆਂ ਨੂੰ ਵਰਲਡ ਓਵਰ ਜਿਹੜੀ ਐਕਸਪੋਜ਼ਰ ਦੇਣ ਲਈ ਉੱਥੇ ਜਿਹੜਾ ਹੈ ਕਿ 6 ਮਹੀਨੇ ਇੱਥੇ ਪੜ੍ਹ ਲਓ, 6 ਮਹੀਨੇ ਉੱਥੇ ਪੜ੍ਹ ਲਓ। ਇਹ ਸਕੂਲਾਂ ਲਈ ਵੀ ਪ੍ਰੋਵੀਜ਼ਨਸ ਹੈ ਨੇ, ਉਹ ਸਾਰਿਆਂ ਕਰਕੇ ਇੱਕ ਨਵੀਂ ਤਰ੍ਹਾਂ ਦਾ ਔਰ ਉਹ ਸਿਸਟਮ ਆਏਗਾ ਤੇ ਤੁਹਾਡੇ ਕੋਲ ਆਪੇ ਤੁਹਾਡੀ ਡਿਮਾਂਡ ਆਏਗੀ
ਔਰ ਤੁਹਾਡੇ ਕੋਲ ਵਧੀਆ ਬੱਚੇ ਦੂਜਿਆਂ ਧਰਮਾਂ ਦੇ ਵੀ ਆਉਣਗੇ, ਆਪਣੇ ਬੱਚੇ ਉਹਦੇ ਚ ਸਿੱਖਿਆ ਲੈ ਕੇ ਇੱਕ ਨਵਾਂ ਜਿਹੜੀ ਹੈ ਸਮਾਜ ਜਿਹੜਾ ਉਸਾਰਿਆ ਜਾ ਸਕਦਾ ਹੈ। ਕੁਝ ਅਜੇ ਵੀ ਕੁਝ ਨਹੀਂ ਵਿਗੜਿਆ, ਸਿਰਫ ਉਹਦੇ ਵਿੱਚ ਜੇਕਰ ਕੋਈ ਠੀਕ ਕਮੇਟੀ ਆਉਂਦੀ ਹੈ ਤੇ ਇੱਕ ਨਵੀਂ ਕਮਿਟਮੈਂਟ ਦੇ ਨਾਲ ਇਹਨਾਂ ਦੇ ਸੁਧਾਰ ਦੀ ਗੱਲ ਜਿਹੜੀ ਆ ਉਹ ਚੱਲ ਸਕਦੀ ਹੈ। ਸੋ ਕਹਿਣ ਦਾ ਭਾਵ ਹੈਗਾ ਕਿ ਹਿਊਮੈਨਿਟੇਰੀਅਨ ਇਸ਼ੂਜ਼, ਹਿਊਮੈਨਿਟੇਰੀਅਨ ਐਕਟੀਵਿਟੀਜ਼ ਆਪਣੀ ਥਾਂ ਨੇ, ਹਿਊਮਨ ਕੈਪੀਟਲ ਡਿਵੈਲਪਮੈਂਟ ਕੌਮੀ ਪੱਧਰ ਦੇ ਉੱਤੇ ਉਹ ਆਪਣੀ ਥਾਂ ਹੈਗੀ ਹੈ। ਇਹ ਦੋਨਾਂ ਨੂੰ ਮਿਕਸ ਅਪ ਕਰ ਦੇਖੋ ਦੇਣਾ ਜਾਂ ਮੈਂ ਨੂੰ ਹੋਰ ਤਰ੍ਹਾਂ ਵੀ ਗੱਲ ਕਰਨਾ ਕਿ ਜੇਕਰ ਅਸੀਂ ਆਪਣੀ ਜਨਰੇਸ਼ਨ ਨੂੰ ਜਿੱਥੇ ਸਿੱਖੀ ਭਾਵਨਾ ਦੇ ਨਾਲ, ਸੇਵਾ ਦੀ ਭਾਵਨਾ ਨਾਲ, ਭਗਤੀ ਦੀ ਭਾਵਨਾ ਨਾਲ, ਉੱਥੇ ਇੱਕ ਜਿਹੜੀ ਹੈ ਉਹ ਚੰਗੇ ਜਿਹੜੇ ਨੇ ਹਿਊਮਨ ਬੀਇੰਗ ਬਣਾਉਣਾ, ਉਹਦੇ ਨਾਲ ਹੀ ਚੰਗੇ ਪ੍ਰੋਫੈਸ਼ਨਲ ਬਣਾਉਣਾ। ਸਾਡੀ ਐਜੂਕੇਸ਼ਨ ਜਿਹੜੀ ਹੈ, ਜਿਹੜੀ ਵੀ ਰਿਲੀਜੀਅਸ ਐਜੂਕੇਸ਼ਨ ਹੈ, ਉਹਦਾ ਵਿੱਚ ਇਹ ਹੈ ਕਿ ਵਧੀਆ ਹਿਊਮਨ ਬੀਇੰਗ ਬਣਾਵਾਂਗੇ ਤੇ ਵਧੀਆ ਸਿੱਖ ਬਣਾਵਾਂਗੇ, ਤੇ ਵਧੀਆ ਸਿੱਖ ਜਦੋਂ ਬਣਾਉਂਦੇ ਆ ਫਿਰ ਉਹ ਵਧੀਆ ਜਿਹੜੇ ਨੇ ਉਹ ਪ੍ਰੋਫੈਸ਼ਨਲ ਵੀ ਬਣਾਵਾਂਗੇ, ਵਧੀਆ ਸਾਇੰਟਿਸਟ ਬਣਾਵਾਂਗੇ। ਚੰਗਾ ਜਿਹੜਾ ਹਿਊਮਨ ਬੀਇੰਗ ਹੈ ਔਰ ਜਿਹੜਾ ਚੰਗਾ ਸਿੱਖੀ 'ਚ ਪਰਪੱਕ ਹੈ, ਉਹ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਜਾ ਕੇ ਇੱਕ ਵਧੀਆ ਜਿਹੜਾ ਇਨਸਾਨ ਨਹੀਂ ਬਣਦਾ, ਵਧੀਆ ਪ੍ਰੋਫੈਸ਼ਨਲ ਵੀ ਬਣਦਾ ਹੈ ਔਰ ਆਪਣਾ ਆਪ 'ਚੋਂ ਸਿੱਖੀ ਦਾ ਸਿੰਬਲ ਬਣ ਕੇ ਜਿਹੜਾ ਚੱਲਦਾ ਹੈ। ਜੇ ਤੁਸੀਂ ਪੁਰਾਣੀਆਂ ਵਿੱਚ ਦੇਖੋ ਤੇ ਪੁਰਾਣੇ ਸਿੱਖ ਜਿੰਨੇ ਵੀ ਨੇ, ਜਿਹੜੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੜ੍ਹੇ ਨੇ ਜਾਂ ਜਿਹੜੇ ਨੇ ਵੱਖ-ਵੱਖ ਕਾਲਜਾਂ ਤੋਂ ਪੜ੍ਹੇ ਨੇ, ਜਿਹੜੇ ਸਿੱਖੀ ਨਾਲ ਜੁੜੇ ਸਨ, ਉਹਨਾਂ ਨੇ ਵਰਡ ਓਵਰ, ਮਤਲਬ ਜੇਕਰ ਅੱਜ ਤੁਸੀਂ ਇਹ ਇੰਟਰਨੈਟ ਤੇ ਜ਼ੂਮ ਦਾ ਐਡਵਾਂਟੇਜ ਲੈ ਰਹੇ ਹੋ ਤੇ ਇਹਦੀ ਫਾਈਬਰ ਆਪਟਿਕਸ ਬਣਾਉਣ ਵਾਲਾ ਜਿਹੜਾ ਨਰਿੰਦਰ ਸਿੰਘ ਤੂਫਾਨੀ ਸਰਦਾਰ ਹੈ, ਜਿਹੜਾ ਵਰਡ ਓਵਰ ਇੱਕ ਸਾਰੀ ਚੇਂਜ ਆਈ ਹੈ ਉਸ ਡਿਜੀਟਲ ਦੀ ਤੇ ਦੂਜੀ ਸਾਰੀ, ਉਹਦਾ ਜਿਹੜਾ ਘੋੜਾ ਜਿਹੜਾ ਹੈ ਉਹ ਤੂਫਾਨੀ, ਉਹ ਵੀ ਸਰਦਾਰ ਹੈ। ਜਿਸ ਵੇਲੇ ਤੁਸੀਂ ਸੇਵਾ 'ਚ ਜਿਹੜਾ ਰਵੀ ਸਿੰਘ ਦੇਖਦੇ ਹੋ ਤੇ ਉਹ ਵੀ ਸਰਦਾਰ ਹੈ। ਪਰ ਜਦੋਂ ਸੇਵਾ ਦੇ ਤੌਰ ਦੇ ਉੱਤੇ, ਭਾਵੇਂ ਅਸੀਂ ਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਦੀ ਗੱਲ ਕਰੀਏ, ਉਹ ਇੱਕ ਚੰਗੇ ਮਨੁੱਖ ਨੇ ਤੇ ਚੰਗੇ ਮਨੁੱਖ ਹੋ ਕੇ ਜਦੋਂ ਆਪਣੇ ਆਪ ਸਿੰਬਲ ਬਣ ਕੇ ਪ੍ਰਚਾਰ ਕਰਦੇ ਨੇ ਤੇ ਉਹਨਾਂ ਦੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਸਹੀ ਅਰਥਾਂ ਵਿੱਚ ਸਿੱਖੀ ਦੀ ਸੇਵਾ ਕਰ ਰਹੀਆਂ ਨੇ। ਜੇਕਰ ਇੱਕ ਪਾਸੇ ਤੁਹਾਨੂੰ ਕਰਪਟ ਜਿਹੜੀ ਹੈ ਲੀਡਰਸ਼ਿਪ ਨਜ਼ਰ ਆਉਂਦੀ ਹੈ ਤੇ ਤੁਸੀਂ ਬੱਚਿਆਂ ਨੂੰ ਜਿਹੜੀ ਹੈ ਸਕੂਲ ਦੇ ਪ੍ਰਿੰਸੀਪਲ ਨੂੰ ਕੀ ਸਿੱਖਿਆ ਦਿਓਗੇ ਤੇ ਟੀਚਰ ਨੂੰ ਕੀ ਸਿੱਖਿਆ ਦਿਓਗੇ ਤੇ ਅੱਗੋਂ ਬੱਚਿਆਂ ਤੇ ਕੀ ਸਿੱਖਿਆ ਜਾਏਗੀ, ਇਹ ਆਪਣੇ ਆਪ ਹੀ ਜਿਹੜਾ ਪ੍ਰਸ਼ਨ ਚਿੰਨ੍ਹ ਲੱਗ ਜਾਂਦੇ ਨੇ। ਇਹ ਪ੍ਰਸ਼ਨ ਚਿੰਨ੍ਹ ਤਾਂ ਹੀ ਖਤਮ ਹੋਣਗੇ ਜੇਕਰ ਸਾਡੇ ਪ੍ਰਬੰਧਕੀ ਜਿਹੜਾ ਢਾਂਚਾ ਜਿਹੜਾ ਹੈ ਉਹ ਵਿਸ਼ੇਸ਼ ਤੌਰ ਤੇ ਸਕੂਲਾਂ ਲਈ, ਕਿਉਂਕਿ ਜਿਹੜੇ ਕਾਲਜ ਨੇ ਉਹਨਾਂ 'ਚ ਯੂਨੀਵਰਸਿਟੀਆਂ ਦਾ ਕੁਝ ਕੰਟਰੋਲ ਜਿਹੜਾ ਹੈ ਉਹ ਕਾਫੀ ਜ਼ਿਆਦਾ ਹੋ ਜਾਂਦਾ ਹੈ, ਲੇਕਿਨ ਸਕੂਲਾਂ ਨੂੰ ਠੀਕ ਕਰਨਾ ਤੇ ਸਕੂਲਾਂ ਨੂੰ ਖਰਾਬ ਕਰਨਾ, ਇਹ ਸਾਰੇ ਦਾ ਸਾਰਾ ਜਿਹੜਾ ਹੈ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈਗਾ। ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਾ ਢਾਂਚਾ ਖਰਾਬ ਕਰਤਾ, ਜਿਸ ਵੇਲੇ ਸਭ ਕੁਝ ਸਿਫਾਰਸ਼ੀ ਓਵਰ ਸਟਾਫਿੰਗ ਤੇ ਦੂਜੀ ਕਰਕੇ, ਤੇ ਅੱਜ ਜਿਹੜਾ ਉਹ ਤਨਖਾਹਾਂ ਜਿਹੜੀਆਂ ਦੇ ਵੀ ਰਹੇ ਨੇ ਲੇਕਿਨ ਕੋਈ ਇੰਪਰੂਵਮੈਂਟ ਜਿਹੜੀ ਹੈ ਉਹ ਨਹੀਂ। ਦਿੱਲੀ ਦੀ ਸੰਗਤ ਨੂੰ, ਦਿੱਲੀ ਦੇ ਵੋਟਰ ਨੂੰ, ਡਾਕਟਰ ਸਾਹਿਬ ਕਿਉਂਕਿ ਸਮਾਂ ਹੁਣ ਥੋੜਾ ਹੈ, ਦਿੱਲੀ ਦੀ ਸੰਗਤ ਨੂੰ ਤੇ ਦਿੱਲੀ ਦੇ ਵੋਟਰ ਨੂੰ ਆਉਣ ਵਾਲੀਆਂ ਦਿੱਲੀ ਗੁਰਦੁਆਰਾ ਜਿਹੜੀ ਚੋਣਾਂ ਨੇ ਉਹਦੇ ਬਾਰੇ ਤੁਸੀਂ ਕੀ ਉਹਨਾਂ ਨੂੰ ਸਲਾਹ ਦੋਗੇ ਜਾਂ ਕੋਈ ਸੁਜੈਸ਼ਨ ਦੋਗੇ, ਉਹਨਾਂ ਵਾਸਤੇ ਕਿਹੜਾ ਮੈਸੇਜ ਹੈ ਤੁਹਾਡਾ? ਦੇਖੋ ਜਿਹੜੀ ਗੱਲ ਹੈ ਕਿ ਜਿਹੜੇ ਚੁਣ ਕੇ ਆਉਣੇ ਨੇ ਲੋਕ, ਉਹਨਾਂ ਦੀ ਜਿਹੜੀ ਹੈ ਜ਼ਿੰਦਗੀ ਦੀ ਕੀ ਕਮਿਟਮੈਂਟ ਹੈ ਔਰ ਉਹਨਾਂ ਦੀ ਜਿਹੜੀ ਹੈ ਉਹ ਲੀਡਰਸ਼ਿਪ ਦੇਣ ਦੀ ਕੀ ਕੁਆਲਿਟੀ ਹੈ, ਕਿ ਉਹ ਸਿਰਫ ਚੌਧਰ ਲਈ ਜਾਂ ਪੈਸਾ ਕਮਾਉਣ ਦੀ ਖਾਤਰ ਜਿਹੜਾ ਉਹ ਦਿੱਲੀ ਗੁਰਦੁਆਰੇ ਉੱਤੇ ਕਾਬਜ਼ ਹੋਣਾ ਚਾਹੁੰਦੇ ਨੇ, ਕਿ ਜਾਂ ਉਹ ਸੇਵਾ ਦੀ ਭਾਵਨਾ ਨਾਲ ਜਿਹੜਾ ਉਹ ਚੱਲਦੇ ਨੇ। ਤੇ ਜੇ ਉਹਨਾਂ ਵਿੱਚ ਪੈਸੇ ਦਾ ਲਾਲਚ ਨਹੀਂ, ਜੇ ਅਸੀਂ ਪਿਛਲੇ ਸਾਲ ਪੀਰੀਅਡ ਦੇ ਵਿੱਚ ਉਦਾਹਰਨ ਦੇ ਤੌਰ ਤੇ ਦੇਖੀਏ ਤੇ ਸ਼ਾਇਦ ਕੋਈ ਵੀ ਪ੍ਰਬੰਧ ਜਿਹੜਾ ਉਹਦੇ ਵਿੱਚੋਂ ਇਹ ਨਹੀਂ ਹੋਇਆ ਕਿ ਜਿਹਦੇ 'ਚ ਸਰਨਾ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਐਲੀਗੇਸ਼ਨ ਨਹੀਂ ਲੱਗਿਆ, ਇਮਾਨਦਾਰੀ ਦਾ ਲੱਗਾ ਤੇ ਆਪਣੇ ਕੋਲੋਂ ਆਪਣੇ ਪੈਸੇ ਖਰਚ ਕੇ ਆਪਣਾ ਪ੍ਰਬੰਧ ਕਰਦੇ ਨੇ ਔਰ ਉਹ ਆਪਣੇ ਵਪਾਰ ਦੇ ਵਿੱਚ ਜਿਹੜਾ ਦਿੱਲੀ ਗੁਰਦੁਆਰਾ ਦੇ ਜਿਹੜਾ ਕਿਸੇ ਵੀ ਫਾਈਨੈਂਸ਼ੀਅਲ ਵਿੱਚ ਨਹੀਂ ਹੁੰਦੇ। ਸੋ ਜੇਕਰ ਇਹ ਆਈਡਲ ਬਣ ਕੇ ਚੱਲਣਗੇ ਤੇ ਲੋਕਾਂ ਦੇ ਵਿੱਚ ਇਹ ਜੇਕਰ ਜਾ ਕੇ ਇੱਥੇ ਸਕਸੈਸਫੁਲ ਹੁੰਦੇ ਨੇ ਤੇ ਸ਼ਾਇਦ ਜਿਹੜਾ ਉਹ ਜਿੱਥੇ ਗੁਰਦੁਆਰੇ ਦੇ ਪ੍ਰਬੰਧ 'ਚ ਫਰਕ ਪਏਗਾ, ਜਿੱਥੇ ਸਿੱਖੀ ਦੇ ਪ੍ਰਚਾਰ 'ਚ ਫਰਕ ਪਏਗਾ, ਜਿੱਥੇ ਐਜੂਕੇਸ਼ਨ ਇੰਸਟੀਟਿਊਸ਼ਨ ਜਿਹੜੀਆਂ ਨੇ ਸੁਧਰਨਗੀਆਂ, ਉੱਥੇ ਵੀ ਜਿਹੜਾ ਇਹਦੇ ਵਿੱਚ ਸਾਰਾ ਪ੍ਰਬੰਧ ਹੋਏਗਾ ਉਹਦੇ ਵਿੱਚ ਵੀ ਸੇਵਾ ਭਾਵਨਾ ਔਰ ਉਹਦੇ ਵਿੱਚ ਰਾਸ਼ਟਰੀ ਮੁੱਦੇ ਔਰ ਉਹਦੇ ਵਿੱਚ ਅੰਤਰਰਾਸ਼ਟਰੀ ਮੁੱਦੇ ਵੀ ਜਿਹੜੇ ਨੇ ਇੰਪੋਰਟੈਂਟ ਨੇ। ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਹੜੀ SGPC ਹੈ ਉਹ ਇੱਕ ਨਾਂ ਦੀ ਜਿਹੜੀ ਹੈ ਸਿਰਮੌਰ ਸੰਸਥਾ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ 'ਚ ਹੋਣ ਕਰਕੇ ਜਿਹੜਾ ਸਾਰੇ ਭਾਰਤ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਸਮਰੱਥ ਹੈ ਔਰ ਵਰਡ ਓਵਰ ਵੀ ਜਿਹੜਾ ਉਹ ਸਮਰੱਥ ਹੈ। ਉਸ ਵਿਜ਼ਨ ਦੇ ਨਾਲ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਠੀਕ ਲੋਕ ਜੋ ਚੁਣ ਕੇ ਆਉਣਗੇ ਤੇ ਇਹ ਇੱਕ ਸੰਸਥਾ ਜਿਹੜੀ ਹੈ ਇੱਕ ਨੋਡਲ ਸੈਂਟਰ ਸਿੱਖੀ ਦਾ ਬਣੇਗੀ। ਹੁਣ ਇਸ ਵੇਲੇ ਸਾਡੇ ਲਈ ਪ੍ਰੋਬਲਮ ਹੈ ਕਿ ਉੜੀਸਾ ਦੇ ਵਿੱਚ ਵੀ ਸਿੱਖ ਜਿਹੜੇ ਨੇ ਕਬੀਲੇ ਜਿਹੜੇ ਨੇ ਉਹ ਸਾਡੇ ਪੁਰਾਣੇ ਜਿਹੜੇ ਨੇ ਉਹ ਵਣਜਾਰੇ ਨੇ, ਉੱਥੇ ਦੂਜੇ ਨੇ ਮੱਧ ਪ੍ਰਦੇਸ਼ ਵਿੱਚ ਵੀ ਨੇ, ਛੱਤੀਸਗੜ੍ਹ 'ਚ ਵੀ ਨੇ, ਆਪਣਾ ਗੁਜਰਾਤ ਵਿੱਚ ਵੀ ਨੇ, ਮਹਾਰਾਸ਼ਟਰ 'ਚ ਵੀ ਨੇ, ਉਹਨਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ। ਉਹ ਇੱਕ ਆਪਣੇ ਆਪ ਬੜਾ ਵੱਡਾ ਕੰਮ ਹੈ।
ਫਿਰ ਹੁਣ ਇਸ ਵੇਲੇ ਜਿਹੜਾ ਮੇਰੀ ਸਿੱਖੀ ਜਿਹੜੀ ਹੈ ਉਹ ਪੰਜਾਬ ਤੱਕ ਨਹੀਂ ਰਹਿ ਗਈ, ਦਿੱਲੀ ਤੱਕ ਨਹੀਂ ਰਹਿ ਗਈ। ਸਿੱਖੀ ਦਾ ਜਿਹੜੀ ਹੈ ਵਰਲਡ ਓਵਰ ਹੈ। ਇਹ ਜਿਹੜੀ ਹੈ ਇਹ ਵੈਸਟਰਨ ਕੰਟਰੀ 'ਚ ਵੀ ਹੈ, ਅਫਰੀਕਨ ਕੰਟਰੀ 'ਚ ਵੀ ਹੈ। ਇਹ ਸਾਰਿਆਂ ਦਾ ਜੀ ਨੈਟਵਰਕ ਦੇ ਲਈ ਜਿਹੜਾ ਹੈ ਕੋਈ ਵੀ ਅੱਗੇ ਜਿਹੜਾ ਨਹੀਂ ਆ ਰਿਹਾ। ਇੱਕ ਵੱਖਰੇ ਵੱਖਰੇ ਜਿਹੜੇ ਨੇ ਇਨੀਸ਼ੀਏਟਿਵ ਨਾਲ ਕੰਮ ਕਰਦੇ ਨੇ। ਜੇ ਚੰਗਾ ਪ੍ਰਬੰਧ, ਇਮਾਨਦਾਰੀ ਵਾਲਾ ਪ੍ਰਬੰਧ, ਜਿਹੜੀ ਮੈਨੂੰ ਉਮੀਦ ਹੈ ਕਿ ਜਿਹੜੇ ਸਰਨਾ ਜਿਹੜੇ ਨੇ ਇਹ ਦੇ ਸਕਦੇ ਨੇ। ਪਿੱਛੇ ਨਾਲ ਤੁਹਾਡਾ ਕੋਈ ਪਰਸਨਲ ਓਪੀਨੀਅਨ ਹੈਗਾ ਕਿ ਇੱਕ ਅਸੀਂ ਕਿਸੇ ਦਲ ਮੈਂ ਦੀ ਗੱਲ ਨਹੀਂ ਕਰ ਰਹੇ ਸੀ? ਜਿਸ ਵੇਲੇ ਮੈਂ ਡੀਨ ਕਾਲਜ ਸੀ, ਉਸ ਵੇਲੇ ਮੈਂ ਜਿਹੜਾ ਸੀ ਉਹ ਇਹ ਸਾਰਾ ਕੁਝ ਦੇਖਦਾ ਸੀ। ਉਹਦੇ ਵਿੱਚ ਜਿਹੜਾ ਇਹਨਾਂ ਦੀ ਕਮਿਟਮੈਂਟ ਜਿਹੜੀ ਸੀ, ਇੱਕ ਪਾਸੇ ਜਿਹੜੀ ਹੈ ਉਹ ਕਮਿਟਮੈਂਟ ਜਿੱਥੇ ਐਜੂਕੇਸ਼ਨ ਨਾਲ ਸੀ, ਉੱਥੇ ਜਿਹੜੀ ਇਹਨਾਂ ਦੀ ਕਮਿਟਮੈਂਟ ਜਿਹੜੀ ਸੀ ਉਹ ਸਿੱਖੀ ਭਾਵਨਾ ਨਾਲ ਵੀ ਹੋਣੀ ਸੀ। ਔਰ ਉਸ ਦੇ ਵਿੱਚ ਹੀ ਮੈਂ ਜੇਕਰ ਕਹਿ ਲਓ ਕਿ ਇਹਨਾਂ ਦਾ ਲਿਹਾਜ਼ ਕਰਕੇ ਇਹ ਕਾਲਜ ਐਫੀਲੀਏਸ਼ਨ ਦਾ ਕੰਮ ਜਿਹੜਾ ਸੀ ਕਰਦਾ ਸੀ, ਤੇ ਲਿਹਾਜ਼ ਇਸ ਕਰਕੇ ਕਰਦਾ ਸੀ ਕਿ ਇਹ ਕਿਸੇ ਵਪਾਰ ਨਾਲ ਨਹੀਂ ਸੋਚ ਰਹੇ, ਇਹ ਕਿਸੇ ਦੀ ਜੇਬ 'ਚ ਨਹੀਂ ਪੈਸੇ ਜਾਂਦੇ। ਇਹ ਇੱਕ ਸਿੱਖੀ ਜਿਹੜੀ ਹੈ ਉਹਦੀ ਸੇਵਾ ਹੋ ਰਹੀ ਹੈ, ਐਮਪਲੋਇਮੈਂਟ ਦੇ ਤੌਰ ਤੇ ਵੀ ਹੋ ਰਹੀ ਹੈ, ਬੱਚਿਆਂ ਦੀ ਪੜ੍ਹਾਈ ਲਈ ਵੀ ਹੋ ਰਹੀ ਹੈ, ਕਿਉਂਕਿ ਉਹਦੇ ਕੰਸੈਸ਼ਨ ਵੀ ਬੱਚਿਆਂ ਨੂੰ ਬਹੁਤ ਮਿਲਦੇ ਸਨ। ਔਰ ਉਹਦੇ ਨਾਲ ਇੱਕ ਚੰਗੀ ਸੰਸਥਾ ਜਿਹੜੀ ਸੀ ਬਣਦੀ ਸੀ। ਉਸ ਵੇਲੇ ਮੈਂ ਜਿਹੜੀ ਗੱਲ ਕਰ ਰਿਹਾ ਕਿ ਪੰਜਾਬੀ ਬਾਗ ਦੀ ਜਿਹੜੀ ਇੰਸਟੀਚਿਊਟ ਸੀ ਉਹ ਉਸ ਵੇਲੇ ਦਿੱਲੀ ਦੀ ਲੀਡਿੰਗ ਇੰਸਟੀਚਿਊਟ ਜਿਹੜੀ ਸੀ ਉਹ ਬਣ ਗਈ ਸੀ। ਔਰ ਉਹਦੇ ਵਿੱਚ ਜਿਹੜੇ ਸੀ ਉਹ ਬੱਚੇ ਜਿਹੜੇ ਸਨ ਉਹ ਸਾਰੇ ਇਸ ਵੇਲੇ ਵਰਲਡ ਓਵਰ ਜਿਹੜੇ ਨੇ ਉਹ, ਕਿਉਂਕਿ ਮੈਂ ਉਸ ਵੇਲੇ ਫ੍ਰੀਕੁਐਂਟਲੀ ਜਾਂਦਾ ਸੀ, ਉਹ ਮੈਨੂੰ ਵੀ ਕਈ ਪਛਾਣਦੇ ਨੇ। ਔਰ ਬੜੀ ਇਸ ਗੱਲ 'ਚ ਜਿਹੜਾ ਮਾਣ ਮੈਨੂੰ ਵੀ ਮਿਲਦਾ ਹੈ ਕਿ ਉਹ ਚੰਗੀ ਪੋਜੀਸ਼ਨ 'ਚ ਆਏ ਨੇ। ਪਰ ਉਦੋਂ ਦੁੱਖ ਵੀ ਆਉਂਦਾ ਹੈ ਜਦੋਂ ਇਹ ਲੱਗਦਾ ਹੈ ਕਿ ਉਹ ਕਾਲਜ ਜਿਹੜਾ ਹੁਣ ਕਾਫੀ ਮਾੜੀ ਹਾਲਤ ਵਿੱਚ ਚੱਲ ਰਿਹਾ। ਸੋ ਡਾਕਟਰ ਸਾਹਿਬ, ਕਿਉਂਕਿ ਸਮੇਂ ਦੀ ਘਾਟ ਹੈਗੀ ਹੈ, ਮੈਂ ਉਹੀ ਗੱਲ ਕਹਿ ਰਿਹਾ ਕਿ ਅਸੀਂ ਇਸ ਗੱਲ ਨੂੰ ਜਿਹੜਾ ਰੈਪ ਅਪ ਇੱਥੇ ਕਰ ਰਹੇ ਹਾਂ ਕਿ ਤੁਸੀਂ ਇੱਕ ਆਪਣਾ ਵਿਸ਼ਾਲ ਓਵਰਵਿਊ ਦਿੱਤਾ ਔਰ ਬੜੇ ਵਿਜ਼ਨਰੀ ਢੰਗ ਨਾਲ ਗੱਲ ਵੀ ਕੀਤੀ। ਫਿਰ ਤੁਸੀਂ ਆਪਣੇ ਕੁਝ ਪਰਸਨਲ ਥਾਟਸ ਵੀ ਸਾਡੇ ਨਾਲ ਸ਼ੇਅਰ ਕੀਤੀਆਂ, ਪਰਸਨਲ ਓਪੀਨੀਅਨਸ ਵੀ ਸ਼ੇਅਰ ਕੀਤੇ। ਨਾਓ ਦ ਬਾਲ ਇਜ਼ ਇਨ ਦ ਸੰਗਤ ਕੋਰਟ ਤੇ 5 ਅਪ੍ਰੈਲ ਨੂੰ ਇਹ ਇਲੈਕਸ਼ਨ ਹੈ। ਉਮੀਦ ਕਰਦੇ ਹਾਂ ਜਿਹੜੀ ਸੰਗਤ ਹੈਗੀ ਹੈ ਉਹ ਚੰਗਾ ਡਿਸੀਜਨ ਲੈਣਗੇ ਔਰ ਵੇਖ ਕੇ ਸਮਝ ਕੇ। ਔਰ ਮੇਰਾ ਖਿਆਲ ਹੈ ਕਿ ਮੀਡੀਆ ਦਾ ਵੀ ਇਹਦੇ 'ਚ ਇੱਕ ਰੋਲ ਹੈ ਕਿ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਸਿੱਖੀ ਦਾ ਕਿਸ ਵਿੱਚ ਭਲਾ ਹੈ ਤੇ ਤੁਹਾਨੂੰ ਵੀ ਮਤਲਬ ਉਹਨਾਂ ਕੈਂਡੀਡੇਟਸ ਨੂੰ ਔਰ ਉਸ ਗਰੁੱਪ ਨੂੰ ਜ਼ਰੂਰ ਪ੍ਰੋਜੈਕਟ ਕਰਨ 'ਚ ਸਿੱਖੀ ਭਾਵਨਾ ਦੀ ਜਾਂ ਸਿੱਖੀ ਦੀ ਸੇਵਾ ਹੀ ਸਮਝੋ ਕਰਨਗੇ। ਤੇ ਜਿਨ੍ਹਾਂ ਨੇ ਇਹਨੂੰ ਇਹ ਸਾਰੇ ਸਿਸਟਮ ਨੂੰ ਡਿੱਗਿਆ, ਜੇ ਉਹ ਡਿੱਗਣ ਵਾਲਿਆਂ ਨੂੰ ਥੋੜਾ ਜਿਹਾ ਤੁਸੀਂ ਸੰਗਤ ਨੂੰ ਵੀ ਜਾਣਕਾਰੀ ਦਿਓਗੇ ਤੇ ਇਹ ਤੁਹਾਡੀ ਵੀ ਜਿਹੜੀ ਜੇਕਰ ਕਮਿਟਮੈਂਟ ਹੈ ਸਿੱਖੀ ਨਾਲ ਤੇ ਉਸ ਬੜੀ ਵੱਡੀ ਕਮਿਟਮੈਂਟ ਹੋਏਗੀ। ਕਿਉਂਕਿ ਅਦਰਵਾਈਜ਼ ਇਹ 4 ਸਾਲ ਜਾਂ 5 ਸਾਲ ਲਈ ਫਿਰ ਜੇਕਰ ਇਹ ਇੰਸਟੀਟਿਊਸ਼ਨ ਡਿੱਗੇ ਤੇ ਸ਼ਾਇਦ ਫਿਰ ਉਸ ਤੋਂ ਬਾਅਦ ਸੰਭਾਲਣ ਵਾਲੇ ਨਹੀਂ ਰਹਿਣਗੇ। ਔਰ ਜੇਕਰ ਅਸੀਂ ਇਹ ਕਹੀਏ ਕਿ ਇਹੋ ਜਿਹਾ ਪੈਰੀਫਲ ਕੰਮ ਕਰਕੇ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ ਹੈ ਉਹ ਸੰਗਤ ਦੀ ਗੋਲਕ ਨੂੰ ਇਹਨਾਂ ਕੰਮਾਂ 'ਚ ਸਿਰਫ ਲਾਏ ਤੇ ਸਿੱਖੀ ਦੇ ਪ੍ਰਚਾਰ ਤੇ ਐਜੂਕੇਸ਼ਨ ਵਿੱਚ ਜਿਹੜਾ ਕੁਝ ਵੀ ਕੰਮ ਨਾ ਕਰੇ ਤੇ ਇਹ ਆਪਣੇ ਆਪ ਵਿੱਚ ਸਿੱਖ ਕੌਮ ਦੀ ਜਿਹੜੀ ਹੈ ਬਦਕਿਸਮਤੀ ਹੋਏਗੀ। ਔਰ ਉਹਦੇ 'ਚ ਮੈਂ ਸਮਝਦਾ ਕਿ ਤੁਹਾਡਾ ਔਰ ਮੇਰਾ ਸਾਰਿਆਂ ਦਾ, ਤੁਹਾਡੀ ਚੈਨਲ ਦਾ ਵੀ ਇੱਕ ਜ਼ਿੰਮੇਵਾਰੀ ਹੈ ਕਿ ਕੌਮ ਨੂੰ ਜਿਹੜਾ ਉਹ ਐਜੂਕੇਟ ਕਰਕੇ ਠੀਕ ਢੰਗ ਨਾਲ ਉਹ ਜਿਨ੍ਹਾਂ ਨੂੰ ਚੁਣਨਾ ਸਮਝਣ, ਲੇਕਿਨ ਉਹਨਾਂ ਨੂੰ ਇਹ ਗੱਲ ਠੀਕ ਔਰ ਗਲਤ ਦਾ ਅਹਿਸਾਸ ਕਰਵਾਉਣਾ ਵੀ ਸੰਗਤ ਨੂੰ ਜਿਹੜਾ ਉਹ ਮਤਲਬ ਉਹ ਗੱਲ ਨਾ ਹੋਏ ਕਿ ਝੂਠ ਦਾ ਪ੍ਰਚਾਰ ਵੱਧ ਜਾਏ ਤੇ ਉਹਦੇ ਨਾਲ ਜਿਹੜਾ ਕੌਮ ਦਾ ਜਿਹੜਾ ਘਾਟਾ ਬਣ ਜਾਏ। ਇਹ ਤੁਹਾਡੀ ਵੀ ਇੱਕ ਜ਼ਿੰਮੇਵਾਰੀ ਹੈ, ਉਹ ਤੁਹਾਨੂੰ ਵੀ ਨਿਭਾਉਣੀ ਚਾਹੀਦੀ ਹੈ। ਅਸੀਂ ਜਿੱਥੇ ਦੂਰ ਬੈਠੇ ਜਿੰਨਾ ਕੁ ਨਿਭਾ ਸਕਾਂਗੇ ਜ਼ਰੂਰ ਨਿਭਾਵਾਂਗੇ। ਸ਼ੁਕਰੀਆ। ਸਾਡੇ ਨਾਲ ਜੁੜੇ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਫਿਰ ਤੁਹਾਡੇ ਨਾਲ ਰਾਬਤਾ ਕਰਾਂਗੇ ਕਿਸੇ ਵਿਸ਼ਾ ਦੇ ਉੱਤੇ। ਥੈਂਕ ਯੂ ਸੋ ਮਚ। ਸ਼ੁਕਰੀਆ ਜੀ। ਸਾਡੇ ਨਾਲ ਜੁੜਨ ਲਈ ਪੰਜਾਬ ਤੱਕ ਦੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਹੋਰ ਮਸਲਿਆਂ ਦੇ ਉੱਤੇ, ਹੋਰ ਵਿਸ਼ਿਆਂ ਦੇ ਉੱਤੇ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਤਦ ਤੱਕ ਰੱਬ ਰਾਖਾ।